ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਹਫਤਾਵਾਰੀ ਸ਼ੋਅ ਅਸੀਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ ਪੰਜਾਬ ਟੂਡੇ। ਹਰ ਹਫਤੇ ਸੈਚਰਡੇ ਇਸੇ ਹੀ ਟਾਈਮ ਗੱਜਣਵਾਲਾ ਸੁਖਵਿੰਦਰ ਜੀ ਸਾਡੇ ਨਾਲ ਹਾਜ਼ਰ ਹੁੰਦੇ ਨੇ ਚੰਡੀਗੜ੍ਹ ਤੋਂ ਤੇ ਗੱਲਾਂ ਬਾਤਾਂ ਕਰਦੇ ਆ ਪੰਜਾਬ ਦੇ ਵਿੱਚ ਪਿਛਲੇ ਹਫਤੇ ਕੀ ਹੋਇਆ, ਕੀ ਗਤੀਵਿਧੀਆਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ। ਵੈਸੇ ਤਾਂ ਹਰ ਰੋਜ਼ ਹੀ ਪੰਜਾਬ ਦੀ ਸਿਆਸਤ ਨਵੇਂ ਰੰਗ ਲੈ ਰਹੀ ਹੈ, ਬੜੀ ਤੇਜ਼ੀ ਨਾਲ ਘਟਨਾ ਚੱਕਰ ਚੱਲਦਾ ਹੈ, ਪਰ ਪੰਜਾਬੀ ਦੇਖਦੇ ਰਹਿ ਜਾਂਦੇ ਆ ਕਿ ਉਹਨਾਂ ਦੇ ਹਿੱਤ ਵਿੱਚ ਕੀ ਹੋਇਆ ਤੇ ਕੀ ਨਹੀਂ ਹੋਇਆ। ਸਰਕਾਰੀ ਤੌਰ ਤੇ ਲੱਗਦਾ ਹੁੰਦਾ ਕਿ ਬਹੁਤ ਸਾਰਾ ਕੰਮ ਹੋ ਰਿਹਾ, ਇਹ ਕੰਮ ਵਿਖਾਵਾ ਜਿਹੜਾ ਆ ਇਹ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਅਸੀਂ ਵੇਖਦੇ ਹਾਂ, ਚਾਹੇ ਸਰਕਾਰ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ। ਤੇ ਖਾਸ ਕਰਕੇ ਪਿਛਲੀ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਬਹੁਤ ਹੀ ਰੋਸ ਸੀਗਾ ਕਿ ਜਿਹੜੀਆਂ ਗੱਲਾਂ ਨੂੰ ਹਾਈਲਾਈਟ ਕਰਕੇ, ਜਿਹੜੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਲੈ ਕੇ ਸਰਕਾਰ ਬਣਾਈ ਸੀ ਉਹਦੇ ਤੇ ਉਹਨਾਂ ਨੇ ਡੱਕਾ ਤੋੜ ਕੇ ਵੀ ਦੂਰਾ ਨਹੀਂ ਸੀ ਕੀਤਾ। ਤੇ ਸਰਕਾਰ ਵੱਲੋਂ ਜਿਹੜੀ ਆ ਲੋਕਾਂ ਦੀ ਇਹ ਮਨੋਭਾਵਨਾ ਜਿਹੜੀ ਆ ਉਹ ਵਿਗੜਦੀ ਗਈ। ਬਹੁਤ ਬੁਰੀ ਹਾਲਤ ਹੋਣ ਤੋਂ ਬਾਅਦ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਉਹਨੂੰ ਥੋੜ੍ਹਾ ਜਿਹਾ ਅਹਿਸਾਸ ਹੋਇਆ ਕਿ ਕਿਤੇ ਨਾ ਕਿਤੇ ਅਸੀਂ ਆਪਣਾ ਆਧਾਰ ਪੰਜਾਬ ਵਿੱਚੋਂ ਵੀ ਗਵਾ ਲਵਾਂਗੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਸੋ ਇੱਕ ਲੀਡਰਸ਼ਿਪ ਤਬਦੀਲੀ ਹੋਈ। ਲੀਡਰਸ਼ਿਪ ਦੀ ਤਬਦੀਲੀ ਪਿੱਛੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸਨ ਉਹਨਾਂ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਨਵਜੋਤ ਸਿੱਧੂ ਸਨ, ਜਿਹੜੇ ਲੰਬੇ ਸਮੇਂ ਤੋਂ ਕੈਪਟਨ ਸਰਕਾਰ ਨਾਲ ਨਿੱਜੀ ਤੌਰ 'ਤੇ ਆਡਾ ਲਾ ਕੇ ਬੈਠੇ ਹੋਏ ਸਨ। ਪਰ ਨਾਲ ਦੀ ਨਾਲ ਇੱਕ ਮਾਝਾ ਬ੍ਰਿਗੇਡ ਨਾਂ ਦੀ ਇੱਕ ਸੰਸਥਾ ਵਿਦਨ ਪਾਰਟੀ ਉੱਭਰੀ ਸੀਗੀ, ਜਿਹਦੇ ਵਿੱਚ ਸੁਖਜਿੰਦਰ ਰੰਧਾਵਾ ਔਰ ਕਾਦੀਆਂ ਵਾਲੇ ਜਿਹੜੇ ਨੇ ਤ੍ਰਿਪਤਜਿੰਦਰ ਬਾਜਵਾ, ਸੁਖ ਸਰਕਾਰੀਆ, ਇਹ ਤਿੰਨੇ ਮਾਝੇ ਦੇ ਜਿਹੜੇ ਮੰਤਰੀ ਸੀ ਔਰ ਬੜੇ ਪਾਵਰਫੁਲ ਮੰਤਰੀ ਸੀ ਔਰ ਕੈਪਟਨ ਸਾਹਿਬ ਦੇ ਬੜੇ ਭਰੋਸੇਯੋਗ ਮੰਤਰੀ ਸੀ। ਇਹ ਅੱਗੇ ਆਏ ਤੇ ਇਹਨਾਂ ਨੇ ਵੀ ਕੈਪਟਨ ਸਾਹਿਬ ਦੇ ਖਿਲਾਫ ਫਰੰਟ ਖੋਲ੍ਹ ਦਿੱਤਾ। ਸੋ ਜਿਹੜਾ ਘਟਨਾਕ੍ਰਮ ਹੋਇਆ ਉਹ ਤੋਂ ਆਪਾਂ ਸਾਰੇ ਜਾਣੂ ਹਾਂ। ਹੁਣ ਆਪਾਂ ਇਸ ਗੱਲ 'ਤੇ ਆਉਂਦੇ ਹਾਂ ਕਿ ਨਵੀਂ ਬਣੀ ਸਰਕਾਰ ਇੱਕ ਮਾਸਟਰ ਸਟ੍ਰੋਕ ਖੇਡਿਆ ਸੀਗਾ ਕਾਂਗਰਸ ਨੇ ਕਿ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਤੇ ਇੱਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿੱਦਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਦੀ ਹੋਇਆ ਨਹੀਂ ਸੀਗਾ। ਔਰ ਬੜੀ ਵੱਡੀ ਗੱਲ ਜਿਹੜੀ ਸੀ ਉਹ ਹੋ ਗਈ ਕਿਉਂਕਿ ਬੀਜੇਪੀ ਨੇ ਇਹ ਪਤਾ ਖੇਡਿਆ ਸੀ ਕਿ ਅਸੀਂ ਦਲਿਤਾਂ ਤੋਂ ਕਿਸੇ ਵਿਅਕਤੀ ਨੂੰ ਅੱਗੇ ਲੈ ਕੇ ਆਵਾਂਗੇ। ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਕਹਿਣਾ ਪਿਆ, ਸਿਆਸੀ ਪਾਰਟੀਆਂ ਸਾਰੀਆਂ ਨੇ ਕੁਛ ਨਾ ਕੁਛ ਕੀਤਾ, ਇੱਥੋਂ ਤੱਕ ਕਿ ਜਿਹੜੀ ਸਿਆਸਤ ਨਹੀਂ ਕਰਨ ਆਈ, ਸਿਆਸਤ ਬਦਲਣ ਆਈ ਪਾਰਟੀ ਆ ਆਮ ਆਦਮੀ ਪਾਰਟੀ, ਉਹਨਾਂ ਨੇ ਵੀ ਇਹ ਪੱਤਾ ਖੇਡਿਆ। ਉਹਨਾਂ ਨੇ ਖਹਿਰਾ ਨੂੰ ਹਟਾ ਕੇ ਤੇ ਇੱਕ ਦਲਿਤ ਚਿਹਰਾ ਚੀਮਾ ਨੂੰ ਸਾਹਮਣੇ ਲਿਆਂਦਾ ਸੀਗਾ। ਸੋ ਇਹ ਦਲਿਤ ਪੱਤਾ ਖੇਡਣ ਦੀ ਚਾਲ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਭਾਪ ਕੇ ਕਾਂਗਰਸ ਨੇ ਜਿਹੜੀ ਆ ਉਹ ਪਹਿਲ ਕਦਮੀ ਕਰ ਲਈ ਔਰ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਕੋਈ ਬਹੁਤ ਜ਼ਿਆਦਾ ਵੱਡਾ ਜਿਹੜਾ ਇਨਕਲਾਬੀ ਤਬਦੀਲੀ ਪੰਜਾਬ ਵਿੱਚ ਹੋਣ ਵਾਲੀ ਆ। ਔਰ ਲਗਾਤਾਰ ਕੋਸ਼ਿਸ਼ ਵੀ ਚੰਨੀ ਸਾਹਿਬ ਕਰਦੇ ਰਹੇ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਆਪਣਾ ਪਰਸਨਲ ਇਮੇਜ ਜਿਹੜਾ ਉਹਨੂੰ ਬਿਲਡ ਕਰ ਰਹੇ ਨੇ। ਕੰਮਕਾਰ ਕੋਈ ਬਹੁਤ ਵੱਡਾ ਨਹੀਂ ਹੋਇਆ। ਜਾਣਦੇ ਆਪਾਂ ਗੱਜਣਵਾਲਾ ਹੋਰਾਂ ਕੋਲੋਂ ਕਿ ਪੰਜਾਬ ਵਿੱਚ ਇਸ ਵੇਲੇ ਹੋ ਕੀ ਰਿਹਾ। ਸਭ ਤੋਂ ਪਹਿਲਾਂ ਤਾਂ ਗੱਜਣਵਾਲਾ ਜੀ ਤੁਹਾਡਾ ਸਵਾਗਤ। ਭੂਮਿਕਾ ਮੈਂ ਲੰਮੀ ਬੰਨ੍ਹ ਦਿੱਤੀ ਆ, ਇਹਦੇ ਆਲੇ ਦੁਆਲੇ ਆਪਾਂ ਗੱਲਾਂ ਕਰਨੀਆਂ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ, ਆਪਣੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਗੱਜਣਵਾਲਾ ਜੀ, ਪੰਜਾਬ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਪੁੱਛਾਂ ਪੰਜਾਬ ਦਾ ਹਾਲ ਕੀ ਆ, ਹੋ ਕੀ ਰਿਹਾ ਪੰਜਾਬ 'ਚ? ਪੰਜਾਬ ਵਿੱਚ ਜੀ ਬਹੁਤ ਕੁਝ ਹੋ ਰਿਹਾ ਤੇ ਜਦੋਂ ਵੇਖੀਏ ਤਾਂ ਸ਼ਾਮ ਤੱਕ ਲੱਗਦਾ ਕੁਝ ਵੀ ਨਹੀਂ ਹੋ ਰਿਹਾਗਾ। ਚੈਨਲਾਂ ਤੇ ਰੋਜ਼ ਨਵੀਆਂ ਗੱਲਾਂ ਆਪਦੇ ਜਿਹੜੇ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਪੰਜਾਬ ਦੇ ਭਲੇ ਦਾ ਜਾਂ ਪੰਜਾਬ ਦੇ ਹਿੱਤ ਦਾ ਜਾਂ ਕੋਈ ਵੱਡਾ ਕੰਮ ਕੋਈ ਵੀ ਨਹੀਂ ਹੋ ਰਿਹਾਗਾ। ਦੇਖੋ ਕਿੰਨੇ ਮੰਤਰੀ ਬਣੇ ਆ, ਉਨੇ ਮੰਤਰੀ ਆ ਜਿੰਨੇ ਰਾਜਾ ਕੈਪਟਨ ਵੇਲੇ ਸੀਗੇ, ਤੇ ਉਹ ਸਾਰੇ ਹੈਗੇ। ਉਹਨਾਂ ਚੋਂ ਕੰਮ ਕਿਹੜੇ ਕਰਦੇ ਦਿੰਦੇ ਆ? 2.5 ਲੱਗ ਰਹੇ ਆ, 2.5-3 ਜਾਣੇ ਐ ਲੱਗਦੇ ਉਹੀ ਕੰਮ ਕਰ ਰਹੇ ਆ। ਉਹ ਪਤਾ ਨਹੀਂ, ਉਹ ਕਈ ਪ੍ਰਧਾਨ, 4 ਪ੍ਰਧਾਨ ਬਣਾਏ ਸੀਗੇ, ਨਾਗਰਾ ਵਗੈਰਾ ਜੀ, ਉਹ ਪਤਾ ਨਹੀਂ ਕਿੱਥੇ ਲੁੱਟ ਲੱਗ ਗਏ ਆ, ਉਹ ਕਿਤੇ ਰੜਕਦੇ ਹੀ ਨਹੀਂ ਇਸ ਵੇਲੇ। ਤੇ ਨਵਜੋਤ ਸਿੱਧੂ ਦਾ ਵੀ ਜਿਹੜਾ ਰੋਲ ਜਿਹਾ ਉਹ ਹੋਰ ਪਾਸੇ ਜੇ ਨੂੰ ਤੁਰਿਆ ਫਿਰਦਾ ਹੈਗਾ। ਸਵੇਰ ਵੇਲੇ ਤਾਂ ਰਾਜੀ ਹੁੰਦੇ ਆ ਤੇ ਸ਼ਾਮ ਨੂੰ ਕਲੇਸ਼ ਪਿਆ ਹੁੰਦਾ ਹੈ। ਉਹ ਕਿਤੇ ਦਿੱਲੀ ਚੱਲੋ, ਕਿਤੇ ਉੱਧਰ ਚੱਲੋ, ਕਿਤੇ ਰਾਬਤ ਬਦਲੋ, ਕਿਤੇ ਚੌਧਰੀ ਹਰੀਸ਼ ਲਿਆਓ, ਇਹੋ ਜਿਹਾ ਕੁਛ ਚੱਲੀ ਜਾ ਰਿਹਾ। ਹੁਣ ਜੇ ਆਪਾਂ ਇਹਨਾਂ ਦੀ ਕੰਮ ਦੀ ਗੱਲ ਕਰੀਏ ਤਾਂ ਜੇ ਸਭ ਤੋਂ ਜ਼ਿਆਦਾ ਕੰਮ ਕਰਦਾ ਦੀਦਾ ਉਹ ਹੈਗਾ ਰਾਜਾ ਵੜਿੰਗ। ਤੇ ਰਾਜਾ ਵੜਿੰਗ ਨੂੰ ਪਤਾ ਸੀ, ਮੈਨੂੰ ਲੱਗਦਾ ਵੀ ਉਹ ਨਾ ਜਿਹੜਾ ਯੂਥ ਦਾ ਹੈਗਾ ਤੇ ਉਹ ਤਿੱਖਾ ਹੈ, ਉਹਨੂੰ ਪਤਾ ਸੀ ਵੀ ਜੇ ਮੇਰੀ ਕਾਰਜੁਗਾਰੀ ਜੇ ਦਿਸੂਗੀ ਨਾ ਇਹ ਟਰਾਂਸਪੋਰਟ ਦੇ ਮਹਿਕਮੇ 'ਚ ਹੋਊਗੀ, ਕਿਉਂਕਿ ਉਹ ਤੁਰਨ ਫਿਰਨ ਨੂੰ ਆਪ ਵੀ ਤਗੜਾ ਹੈ, ਮੁਕਤਸਰ ਵੱਲ ਦਾ ਹੈਗਾ। ਤੇ ਉਹ ਬੱਸਾਂ ਦੇ ਛਾਪੇ ਛੁਪੇ ਮਾਰਦਾ ਹੈ ਵੀ ਪਿੰਡਾਂ ਦਾ, ਤੇ ਪਿੰਡਾਂ ਵਾਲਿਆਂ ਵਰਗਾ ਹੀ ਆ ਉਹ, ਫੱਕਰ ਮਲੰਗ।
ਤੇ ਉਹ ਛਾਪੇ ਮਾਰਦਾ, ਬੱਸਾਂ ਬੰਦ ਕਰੀ ਜਾਂਦਾ ਤੇ ਉਹਦੀਆਂ ਉਹ ਹਾਈਲਾਈਟ ਵੀ ਬਹੁਤ ਹੋ ਰਿਹਾ ਹੈਗਾ। ਤੇ ਉਹ ਲੋਕਾਂ ਨੂੰ ਐਂ ਲੱਗਣ ਲੱਗ ਪਿਆ ਹਾਂ ਇਹ ਵੀ ਪਰਫਾਰਮ ਕੁਛ ਕਰ ਰਿਹਾ। ਸਭ ਤੋਂ ਜ਼ਿਆਦਾ ਜੇ ਹਾਈਲਾਈਟ ਹੁੰਦਾ ਹੈ ਪਿਕਚਰ 'ਚ ਆ ਰਿਹਾ ਨਾ ਸਿਆਸੀ ਸਕਰੀਨ 'ਤੇ ਉਹ ਉਡਾਉਂਦੀ ਹੈ। ਤੇ ਵੈਸੇ ਚੰਨੀ ਸਾਹਿਬ ਵੀ ਬਹੁਤ ਕੁਛ ਕਰ ਰਹੇ ਆ। ਕਿਤੇ ਉਹ ਤੁਰੇ ਜਾਂਦੀਆਂ ਜੰਨਾਂ ਨੂੰ ਰੋਕ ਲੈਂਦੇ ਆ ਤੇ ਉਹਦੇ ਵਿੱਚ ਸ਼ਗਨ ਵਗੈਰਾ ਦੇ ਦਿੰਦੇ ਆ। ਤੇ ਕਈ ਵਾਰੀ ਉਹ 4-5 ਜਲੇਬੀਆਂ ਰੱਖ ਕੇ ਪਲੇਟ 'ਚ ਖਾਂਦੇ ਰਹਿੰਦੇ ਹੁੰਦੇ ਲੋਕਾਂ ਦੇ ਵਿੱਚ। ਤੇ ਕਈ ਵਾਰੀ ਅੱਜ ਇੱਕ ਖਬਰ ਜੀ ਸੀ ਉਹਦੇ ਵਿੱਚ ਕਿਸੇ ਨੂੰ ਚਪਲੀਆਂ ਦੇਈ ਜਾਂਦੇ, ਤੇਰੇ ਕੋਲ ਨੰਗੇ ਪੈਰ ਆ, ਤੂੰ ਆਹ ਲੈ ਮੇਰੀਆਂ ਪਾ, ਆਹ ਕਰ, ਇਹ ਕਰ। ਪਰ ਗੱਲ ਇਹ ਆ ਗਿੱਲ ਸਾਹਿਬ, ਕੋਈ ਵੱਡੀ ਗੱਲ ਕਿਉਂ ਨਹੀਂ ਹੋ ਰਹੀ? ਵੱਡੇ ਮੁੱਦੇ ਜਿਹੜੇ ਸੀ ਨਜਿੱਠਣ ਵਾਲੇ ਉਹ ਤਾਂ ਪਾਸੇ ਹੀ ਰਹਿ ਗਏ। ਇਹ ਹੁਣ ਨਿੱਕੇ ਨਿੱਕੇ ਕਰਕੇ ਟਾਈਮ ਪਾਸ ਹੀ ਕਰਨਾ ਇਹ ਤਾਂ ਉਹ ਕਰੈਕਟਰ ਦਾ ਉਹ ਹਾਲ ਜਿਹਾ ਹੋ ਗਿਆ ਲੱਗਦਾ ਮੈਨੂੰ। ਬਈ ਆਪਾਂ ਨਾ ਆ ਟਾਈਮ ਪਾਸ ਕਰਨਾ, ਦਿਨ ਲੰਘਾਉਣਾ ਤੇ ਟਿਕ ਟਿਕ ਦੀ ਮਾਰੀ ਚੱਲੋ, ਨਾ ਰਨ ਬਣਾਓ ਤੇ ਨਾ ਰਨ ਛੱਡੋ, ਬਸ ਟੁੱਕ ਟੁੱਕ ਲਾਈ ਚੱਲੋ ਜਿਵੇਂ ਉਹ ਖੇਡਦੇ ਹੁੰਦੇ ਸੀ ਗਵਾਸਕਰ ਹੋਰੀ ਪਹਿਲੇ ਵੇਲੇ। ਇਹ ਤਾਂ ਹੁਣ ਟਾਈਮ ਪਾਸ ਹੋ ਰਿਹਾ। ਇਹਦੇ ਨਾਲ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਚੰਨੀ ਦੀ ਗਵਰਨਮੈਂਟ ਹੈ ਇਸ ਵੇਲੇ ਵਾਲੀ, ਅਮਰਿੰਦਰ ਸਾਹਿਬ ਤਾਂ ਹੈ ਨਹੀਂ ਗੇ ਹੁਣ, ਇਹਨਾਂ ਜੀ ਨੂੰ ਕੁਛ ਅੱਗੋਂ ਅੱਗੋਂ ਕੀ ਰਿਸਪੌਂਸ ਮਿਲੂਗਾ ਜਾਂ ਲੱਗਦਾ ਨਹੀਂਗਾ ਵੀ ਇਹ ਕਾਂਗਰਸ ਦੇ ਵਿੱਚ ਜਾਨ ਪੈ ਜੂਗੀ। ਇਹ ਕਿਵੇਂ ਲੱਗਦਾ? ਮੈਨੂੰ ਤਾਂ ਔਖਾ ਜਿਹਾ ਲੱਗ ਰਿਹਾ ਵੀ ਇਹਨਾਂ ਤੋਂ ਤਾਂ ਗੱਡੀ ਰਿੜਦੀ ਨਹੀਂ ਦਿੰਦੀ। ਇਹ ਤਾਂ ਨਹੀਂ ਗੱਲ ਗੱਜਣਵਾਲਾ ਬਣਦੀ ਜੀ, ਨਹੀਂ। ਗੱਜਣਵਾਲਾ ਜੀ, ਫਿਰ ਬਾਕੀ ਦਲਾਂ ਦੀ ਕੀ ਪੋਜੀਸ਼ਨ ਹੈ? ਜੇ ਕਾਂਗਰਸ ਵਾਕਿਆ ਹੀ ਕੁਝ ਨਹੀਂ ਕਰ ਰਹੀ, ਆਪਾਂ ਨੂੰ ਜਿਹੜਾ ਇਹ ਸਕਰੀਨ ਆ ਉਹ ਬਲੈਕ ਦਿਖ ਰਿਹਾ ਆ ਕਿ ਕਾਂਗਰਸ ਨੇ ਜਿੰਨੀ ਹਲਚਲ ਹੋਈ, ਜਿੰਨੀ ਚਰਚਾ ਅਸਾਂ ਲੋਕਾਂ ਨੇ ਕੀਤੀ, ਜਿੰਨੇ ਚੈਨਲਾਂ ਨੇ ਵੱਧ ਚੜ ਕੇ ਗੱਲਾਂ ਕੀਤੀਆਂ, ਬਹੁਤ ਕੁਝ ਹੋਇਆ, ਅਦਾਲਤ ਪੱਤਾ ਚੱਲਿਆ, ਕਈ ਕੁਝ ਹੋਇਆ, ਸਿੱਧੂ ਸਾਹਿਬ ਦਾ ਰੌਲਾ ਦੇਖੋ ਗੋਲਾ ਗੱਲ ਰਿਹਾ, ਕਦੀ ਨਾਰਾਜ਼ਗੀਆਂ, ਕਦੀ ਮੁਲਾਕਾਤਾਂ, ਕਦੀ ਝਗੜੇ, ਤੇ ਇਹ ਸਾਰੇ ਮੰਥਨ ਚੋਂ ਨਿਕਲਿਆ ਤੇ ਕਾਂਗਰਸ ਦੇ ਪੱਲੇ ਕੁਝ ਨਹੀਂ। ਤੇ ਤੁਸੀਂ ਕਹਿ ਰਹੇ ਹੋ ਕਿ ਲੱਗਦਾ ਨਹੀਂ ਕਿ ਤੇ ਜਿਹੜੀ ਕਾਂਗਰਸ ਦੀ ਸਰਕਾਰ ਆ ਉਹਦਾ ਕੋਈ ਚੰਗਾ ਇਮੇਜ ਬਿਲਡ ਹੋ ਰਿਹਾ। ਤੇ ਫਿਰ ਬਾਕੀ ਦਲਾਂ ਦਾ ਇਮੇਜ ਕਿੱਦਾਂ ਹੈ ਇਸ ਵੇਲੇ? ਅਕਾਲੀ ਦਲ ਦਾ ਤੁਹਾਨੂੰ ਕੀ ਹਾਲ ਨਜ਼ਰ ਆਉਂਦਾ? ਲੋਕਾਂ ਦਾ ਕੀ ਰਿਸਪੌਂਸ ਹੈ ਕਿ ਕੀ ਅਕਾਲੀ ਦਲ ਰਿਵਾਈਵ ਕਰ ਰਿਹਾ ਫਿਰ ਇਸ ਹਿਸਾਬ ਨਾਲ? ਕਿਉਂਕਿ ਉਹਨਾਂ ਨੇ ਤਾਂ ਆਪਣੇ ਕੈਂਡੀਡੇਟ ਪਹਿਲਾਂ ਐਲਾਨ ਕਰ ਦਿੱਤੇ ਨੇ। ਇੱਕ ਵੱਡੀ ਗੱਲ ਰਹਿ ਗਈ ਵੀ ਇੱਕ ਮੰਤਰੀ ਹੋਰ ਆ ਜਿਹੜਾ ਬਹੁਤ ਹੀ ਪੁਸ਼ਿੰਗ ਆਏਗਾ, ਬਹੁਤ ਹੀ એનર્ਜੈਟਿਕ ਲੱਗ ਰਿਹਾ ਹੈਗਾ ਜੀ ਤੇ એનર્ਜੀ ਲੱਗ ਰਹੀ ਹੈ। ਉਹ ਹੈਗਾ ਸੁਖਜਿੰਦਰ ਸਿੰਘ ਰੰਧਾਵਾ। ਤੇ ਉਹ ਹੁਣ ਉਹਨੇ ਜਿਹੜਾ ਮੁੱਦਾ ਚੁੱਕਿਆ ਉਹ ਹੈ ਤਾਂ اخلاقیت ਵਾਲਾ ਮੁੱਦਾ, ਤਾਂ ਬਹੁਤ ਸੋਹਣਾ ਚੱਕਿਆ ਹੋਇਆ, ਪਰ ਉਹਦੇ ਨਾਲ ਪੰਜਾਬ ਦਾ ਮੇਨ ਮੁੱਦਿਆਂ 'ਚ ਤਾਂ ਉਹ ਵੀ ਨਹੀਂ ਆਉਂਦਾ। ਉਹ ਗ੍ਰਹਿ ਮੰਤਰੀ ਉਹ ਇਹੀ ਚੱਕ ਸਕਦਾ ਹੈ। ਉਹਨੇ ਉਹ ਰੂਸਾ ਆਲਮ ਵਾਲਾ ਚੱਕ ਲਿਆ ਹੈਗਾ ਵੀ ਉਹ ਜਿਹੜੀ ਪਾਕਿਸਤਾਨ ਦੀ ਡਿਫੈਂਸ ਕਾਉਂਸਲ ਦੀ ਹੈਗੀ ਪੱਤਰਕਾਰ ਹੈ ਤੇ ISI ਨਾਲ ਸੰਬੰਧ ਹੈ ਤੇ ਉਹ ਇਹਦੇ ਵਿੱਚ ਇਹਦੇ ਨਾਲ ਤੇ ਇਹਦਾ ਬਾਬਤ ਦੀ ਖੋਜ ਕੀਤੀ ਜਾਵੇ ਵੀ ਕੌਣ ਹੈ, ਕਿਵੇਂ ਹੈ ਤੇ ਕਿਸ ਤਰ੍ਹਾਂ ਸੀਗਾ। ਅੱਛਾ, ਉਹ ਹੁਣ 16 ਸਾਲ ਤੋਂ ਰਹੀ ਇੱਥੇ ਤੇ ਉਹ ਸੀਗੇ ਮਤਲਬ ਮਹਾਰਾਜਾ ਸਾਹਿਬ ਨਾਲ ਉਹਨਾਂ ਦਾ ਦੋਸਤਾਨਾ ਜਿਹਾ ਸੀਗਾ ਜਿਹੜਾ ਉਹ ਪਹਿਲੀ ਟਨ ਵੇਲੇ ਸੀਗਾ। ਪਰ ਆ ਜਿਹੜਾ 2017 ਤੋਂ 22 ਵਿੱਚ ਤਾਂ ਐ ਸਿਖਰਾਂ ਤੇ ਆ ਗਈ ਗੱਲ ਜੀ, ਜਿਹਦੇ ਵਿੱਚ ਸਾਰਾ ਕੁਝ ਹੀ ਓਪਨ ਹੋ ਗਿਆ। ਡਰਿੰਕਾਂ ਵੀ ਚੱਲਦੀਆਂ, ਡਾਂਸ ਵੀ ਚੱਲਦੇ ਸੀਗੇ। ਹੁਣ ਤਾਂ ਸ਼ਰੇਆਮ ਲੋਕ ਕਹਿਣ ਲੱਗ ਪਏ ਆ, ਦੱਸੀ ਜਾਂਦੇ ਆ ਬਈ ਉਹ ਪੋਸਟਿੰਗਾਂ ਵੀ ਉਹ ਕਰਾਉਂਦੀ ਸੀ, ਟਰਾਂਸਫਰਾਂ ਵੀ ਉਹਦੇ ਰਾਹੀਂ ਹੁੰਦੀਆਂ ਸੀ ਤੇ ਪ੍ਰਮੋਸ਼ਨਾਂ ਵੀ ਹੁੰਦੀਆਂ ਸੀ। ਇੱਥੋਂ ਤੱਕ ਕਿ ਮੰਤਰੀ ਚੇਅਰਮੈਨ ਵੀ ਲੱਗ ਜਾਂਦੇ ਸੀਗੇ। ਅੱਜ ਤਾਂ ਉਹ ਆਪਣੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਘਰ ਵਾਲੀ ਆ ਨਵਜੋਤ, ਉਹ ਕਹੀ ਜਾਂਦੀ ਸੀ ਵੀ ਜਿਹੜੇ ਕਾਲੀਆਂ ਦੇ ਕੰਮ ਵੀ ਹੁੰਦੇ ਸੀ, ਕਾਲੀ ਡਾਇਮੰਡ ਦੇ ਸੈੱਟ ਦਿੰਦੇ ਸੀਗੇ ਤੇ ਉਹਨਾਂ ਦੇ ਕੰਮ ਹੋਈ ਜਾਂਦੇ ਸੀ। ਉਹ ਹੁਣ ਪਤਾ ਲੱਗਦਾ ਵੀ ਜਿਹੜੀ ਪੈਰਲਲ ਅਕਾਲੀਆਂ ਦੇ ਵੀ ਕੰਮ ਹੁੰਦੇ, ਉਹ ਉਹਨਾਂ ਨੂੰ ਵੀ ਇੱਕ ਬੈਕਡੋਰ ਐਂਟਰੀ ਮਿਲੀ ਹੋਈ ਸੀਗੀ ਤੇ ਉਹ ਬੈਕਡੋਰ ਦੇ ਵਿੱਚ ਉਹ ਵੀ ਆਪਦੇ ਕੰਮ ਕਰਾਈ ਜਾਂਦੇ। ਅੱਜ ਬੜੀ ਗੱਲ ਚੱਲਦੀ ਆ। ਹੁਣ ਦੇਖੋ ਉਹਨੇ ਕਿਹਾ ਵੀ ਇਹ, ਉਹ ਕਹਿੰਦੇ ਜੀ ਮਹਾਰਾਜੇ ਜਿਹੜੇ ਕਹਿੰਦੇ ਆ ਜਿਹਨੂੰ ਤੁਸੀਂ ਨਹੀਂ ਸੁਣ ਕੇ ਰਾਜੀ, ਉਹ ਕਹਿੰਦੇ ਜੀ ਇਹ ਤਾਂ ਇੱਕ ਫਰੈਂਡਸ਼ਿਪ ਹੈਗੀ ਸਾਡੀ, ਫਰੈਂਡਸ਼ਿਪ ਤਾਂ ਹੋਈ ਪਰਸਨਲ ਹੈਗੀ ਆ। ਤੇ ਲੋਕਾਂ ਨੇ ਵੀ ਕਿਹਾ ਚੱਲ ਠੀਕ ਆ ਯਾਰ, ਦੇਸ਼ ਦੇ ਕੰਮ ਕਰੇਗਾ ਰਾਜਾ ਤੇ ਇਹ ਸੂਬੇ ਦੇ ਕੰਮ ਕਰਦੇ, ਠੀਕ ਹੈ, ਗੱਲਾਂ ਹੈਗੀਆਂ। ਪਰ ਇਹ ਹੁਣ ਦਿਮਟੀ ਅੱਗੇ ਲੰਘ ਗਈ, ਸਾਰਾ ਕੁਝ ਹੋ ਗਿਆ। ਹੁਣ ਇਹਨਾਂ ਨੇ ਗੱਲ ਇਹ ਛੇੜ ਦਿੱਤੀ ਹੈ ਤੇ ਉਹਨੇ ਇਹ ਪਤਾ ਅੱਗੇ ਸਿੱਟ ਦਿੱਤਾ ਕੈਪਟਨ ਸਾਹਿਬ ਨੇ ਬਈ ਉਹ ਤਾਂ ਦੇਖੋ ਸੋਨੀਆ ਗਾਂਧੀ ਫੋਟੋ ਫਾਟੋ ਵਿਖਾਤੀ ਆ ਦੇ ਵੀ ਉਹਦੇ ਨਾਲ ਵੀ ਹੱਥ ਮਿਲਾਉਂਦੀ ਦਿਖਾਈ ਗਈ ਹੈ। ਇਹਦਾ ਮਤਲਬ ਵੀ ਉਹਦੇ ਨੌਲੇਜ ਵਿੱਚ ਹੈ। ਤੇ ਉਹ ਹੁਣ ਉਹ ਵੀ ਕਹਿੰਦਾ ਵੀ 16 ਸਾਲ ਤੋਂ ਇੱਥੇ ਆਉਂਦੀ ਸੀ, ਭਾਰਤੀ ਹਾਈ ਕਮਿਸ਼ਨ ਦੇ ਵੀ ਨੋਟਿਸ ਵਿੱਚ ਹੈ ਤੇ ਜਿਹੜੇ ਆਪਣਾ ਵਿਦੇਸ਼ੀ ਮੰਤਰਾਲਿਆ ਹੈ ਉਹਨਾਂ ਦੀ ਪਰਮਿਸ਼ਨ ਨਾਲ ਉਹਨਾਂ ਦੇ ਨੋਟਿਸ ਵਿੱਚ ਹੈ, ਸਾਰਾ ਕੁਛ ਉਹਨਾਂ ਨੂੰ ਪਤਾ ਹੈ। ਇਹ ਤੇ ਮੈਂ ਕੀ ਕਰ ਸਕਦਾ? ਮੈਂ ਕਿਹੜਾ ਵੀ ਸਿੱਧਾ ਉੱਥੋਂ ਲਿਆ ਆ ਜਾਂਦੀ ਸੀ ਮੇਰੇ ਕਹਿਣ ਨਾਲ। ਤੇ ਐ ਉਹਨੇ ਗੱਲ ਉਧਰ ਨੂੰ ਸੱਟ ਦਿੱਤੀ ਹੈ। ਦੱਸੋ ਯਾਰੋ, ਇੱਕ ਗੱਲ ਹੈ ਗਿਲ ਸਾਹਿਬ, ਇਹ ਸਿਆਸਤ ਦਾ ਨਿਗਾਰ ਨਹੀਂਗਾ।
ਇਹ ਜਿਹੜੇ ਸਿਆਸੀ ਬੰਦੇ ਆ ਜਾਂ ਲੀਡਰ ਹੈ ਜਾਂ ਚੀਫ ਮਿਨਿਸਟਰ ਹੈ, ਇਹ ਕਾਹਦੇ ਵਾਸਤੇ ਬਣਾਏ ਹੁੰਦੇ ਆ? ਇਹਨਾਂ ਕੰਮਾਂ ਵਾਸਤੇ ਹੈ। ਕਰਨਾ ਸੂਬੇ ਦਾ ਕੰਮ ਹੈ ਤੇ ਸੂਬੇ ਦੇ ਵੱਲ ਕੋਈ ਖਿਆਲ ਹੀ ਹੈ ਨਹੀਂਗਾ। 4.5 5 ਸਾਲ ਮਹਾਰਾਜਾ ਜੀ ਨੇ ਕੱਢ ਕੇ ਪਨਾਹ ਮਾਰੇ ਹੈਗੇ ਆ, ਤੇ ਆਹ ਗੱਲਾਂ ਤੇ ਹੁਣ ਇਹਨਾਂ ਨੇ ਇਸ਼ੂ ਬਣਾਏ ਆ। ਸਾਡੇ ਡਿਪਟੀ ਗ੍ਰਹਿ ਮੰਤਰੀ ਨੇ ਇਹ ਮੁੱਦਾ ਚੁੱਕਿਆ ਤੇ ਦੂਜੇ ਦਾ ਆਪਾਂ ਵੇਖ ਲਿਆ। ਤੇ ਜੀ ਅੱਛਾ ਬਾਕੀ ਗੱਜਣਵਾਲਾ ਜੀ, ਤੁਹਾਨੂੰ ਕਿਤੇ ਨਾ ਤੁਸੀਂ ਸਿਆਸਤ ਦੇ ਨਿਗਾਰ ਵੱਲ ਇਸ਼ਾਰਾ ਕਰ ਰਹੇ ਹੋ। ਖਰੇ ਤੇ ਆਪਾਂ ਹਮੇਸ਼ਾ ਹੀ ਗੱਲ ਹੁੰਦੀ ਆ ਕਿ ਸਿਆਸਤ ਦਾ ਕੋਈ ਮਿਆਰ ਹੈ ਹੀ ਨਹੀਂ ਆ। ਇਹ ਅੱਜ ਦੀ ਗੱਲ ਨਹੀਂ ਆ, ਇਹ ਤਾਂ ਬੜੇ ਲੰਬੇ ਸਮੇਂ ਤੋਂ ਮੇਰੇ ਖਿਆਲ ਸਾਡੇ ਸਮਿਆਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਇਹੋ ਕੁਝ ਹੀ ਦੇਖਦੇ ਆਏ ਆ। ਸਰਕਾਰ ਭਾਵੇਂ ਕੋਈ ਵੀ ਹੋਵੇ, ਉੱਦਾਂ ਜ਼ਰੂਰ ਲੱਗਦਾ ਹੁੰਦਾ ਕਿ ਜਿਹੜਾ ਬੀਤਿਆ ਸਮਾਂ ਉਹ ਥੋੜ੍ਹਾ ਜਿਹਾ ਸਾਨੂੰ ਚੰਗਾ ਲੱਗਦਾ। ਅਸੀਂ ਕਹਿ ਦਿੰਦੇ ਨਹੀਂ ਜੀ 20 ਸਾਲ ਪਹਿਲਾਂ ਇਦਾਂ ਨਹੀਂ ਸੀ ਹੁੰਦਾ, 15 ਸਾਲ ਪਹਿਲਾਂ ਇਦਾਂ ਨਹੀਂ ਸੀ ਹੁੰਦਾ। ਪਰ ਅਗਰ ਵੇਖਿਆ ਜਾਵੇ ਤਾਂ ਸਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਤਾਂ ਇਹੋ ਕੁਝ ਹੀ ਵੇਂਦੇ ਆਏ ਹਾਂ। 19-21 ਦਾ ਫਰਕ ਹੋ ਸਕਦਾ ਹੈ, ਦਿਨ ਬ ਦਿਨ ਉਹਦੀ ਜਿਹੜੀ ਗਿਰਾਵਟ ਆ ਹੋਰ ਜ਼ਿਆਦਾ ਵੱਧ ਸਕਦੀ ਆ, ਪਰ ਸਿਆਸਤ ਤੇ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਹੀ ਆ। ਸਿਆਸਤ ਕਦੀ ਵੀ ਮਾਪਦੰਡ ਸਿਆਸਤ ਦੇ ਉਹ ਜਿਹੜੀ ਮੈਂ ਤਾਂ ਥੋਥੋਂ ਸਾਲ 2 ਸਾਲ ਵੱਡਾ ਹੀ ਹੋਊਗਾ, ਜੀ ਪਰ ਜਿਹੜੀ ਅੱਗੇ ਤੁਹਾਡੇ ਵੇਲੇ 19-21 ਜੇ ਤੁਸੀਂ ਕਹਿੰਦੇ, ਮੈਂ ਨਾ ਹੁਣ ਤਾਂ 19-51 ਹੋਈ ਪਈ ਹੈ। ਇੱਕ ਗੱਲ ਸੁਣੋ ਯਾਰ, ਉਹ ਜਿਹੜਾ ਕੇਂਦਰੀ ਕੈਬਨਿਟ ਮੰਤਰੀ ਆ ਉਹਨੂੰ ਕਿੰਨਾ, ਆਪਣਾ ਪੰਜਾਬ ਦਾ ਮੰਤਰੀ ਨਹੀਂ ਮਾਨ, ਉਹਦਾ ਮਰਕਜ਼ ਦਾ ਹੁੰਦਾ, ਸੈਂਟਰ ਦਾ ਹੁੰਦਾ, ਉਹਦਾ ਕਿੱਡਾ ਵੱਡਾ ਰੁਤਬਾ ਹੈ। ਹੁਣ ਕਿਸਾਨ ਯੂਨੀਅਨ ਦੇ ਵਿੱਚ ਤੋਮਰ ਸਾਹਿਬ ਐਗਰੀਕਲਚਰ ਮੰਤਰੀ, ਤੇ ਮੋਦੀ ਸਾਹਿਬ ਉਹਨੂੰ ਤੋਮਰ ਸਾਹਿਬ, ਨਰਿੰਦਰ ਤੋਮਰ ਜੀ ਸ਼ਾਇਦ ਉਹਦਾ ਨਾਮ ਨਰਿੰਦਰ ਹੀ ਸ਼ਾਇਦ, ਤੇ ਉਹਨੂੰ ਤੋਮਰ ਜੀ ਕਹਿ ਕੇ ਬਣਾਉਂਦੇ ਵੀ ਬਹੁਤ ਵੱਡੇ ਰੁਤਬੇ ਦਾ ਬੰਦਾ ਹੈਗਾ। ਅੱਛਾ ਆ ਹੁਣ ਜਦੋਂ ਪਿੱਛੇ ਜੇ ਆ ਕੇ ਮੈਨੂੰ ਲੱਗਾ, ਮੇਰੇ ਹੋਰ ਦੋਸਤਾਂ ਨੂੰ ਵੀ ਲੱਗਾ ਜਿਹੜੇ ਜ਼ਿਆਦਾ ਸਿਆਣੇ ਸੀਗੇ, ਉਹ ਆਂਦੇ ਯਾਰ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਵਾਸਤੇ, ਇਹਨੂੰ ਉਹ ਕਰਨ ਵਾਸਤੇ ਇੰਨੇ ਛੋਟੇ ਲੈਵਲ ਤੇ ਮੰਤਰੀ ਚਲਾ ਜਾਂਦਾ। ਇੱਕ ਉਹਦਾ ਪਬਲਿਕਲੀ ਹੋ ਗਿਆ ਨਾ ਵੀ ਇੱਕ ਨਿਹੰਗ ਸਿੰਘ ਦੇ ਨਾਲ ਉਹਨੂੰ ਕਿਵੇਂ ਉਹਨੂੰ ਵਿੱਚ ਇਨਵੋਲਵ ਕੀਤਾ, ਕਿਵੇਂ ਉਹਦੇ ਨਾਲ ਫੋਟੋ ਖਿਚਾਈਆਂ, ਵੀ ਇੱਕ ਕੈਬਨਿਟ ਦਾ ਮੰਤਰੀ ਇੰਨੇ ਛੋਟੇ ਲੈਵਲ ਤੇ ਡਿੱਗ ਸਕਦਾ। ਇਹ ਹੁਣ ਨਿਗਾਰ ਦੀ ਸਿਆਸਤ ਦੀ ਨਿਸ਼ਾਨੀ ਹੈ ਨਾ। ਕਿਸਾਨ ਅੰਦੋਲਨ ਆਇਆ ਜਿਵੇਂ ਮਰਜ਼ੀ ਹੋ ਜਾਏ ਯਾਰ, ਕੋਈ ਸਟੇਟਸ ਹੁੰਦਾ, ਕੋਈ ਰੁਤਬਾ ਹੁੰਦਾ, ਕੋਈ ਉਹਦਾ ਮਰਾਤਬਾ ਹੁੰਦਾ ਹੈ ਮੰਤਰੀ ਦਾ, ਉਹ ਇੰਨਾ ਹੋਣਾ ਬੜਾ ਹੀ ਚੀਪੈਸਟ ਲੈਵਲ ਹੈ। ਤਾਂ ਮੈਨੂੰ ਤਾਂ ਲੱਗ ਰਿਹਾ ਕਿ ਨਿਗਾਹ ਇਹ 19 ਤੋਂ ਮੈਂ 51 ਹੀ ਕਹੂੰਗਾ ਇਹਨੂੰ। ਬਿਲਕੁਲ ਬਿਲਕੁਲ ਠੀਕ ਤੁਸੀਂ ਇਹ ਸਾਰੀ ਗੱਲ ਕਹਿ ਰਹੇ ਹੋ। ਜਿੱਥੋਂ ਤੱਕ ਰੂਸਾ ਆਲਮ ਵਾਲਾ ਜਿਹੜਾ ਮਸਲਾ ਆ, ਇਹਦੇ ਪਿੱਛੇ ਗੱਜਣਵਾਲਾ ਜੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਜਦੋਂ ਕੈਪਟਨ ਸਾਹਿਬ ਨੂੰ ਲਾਂਭੇ ਕੀਤਾ ਗਿਆ, ਈਵਨ ਲਾਂਭੇ ਕਰਨ ਤੋਂ ਪਹਿਲਾਂ ਵੀ ਜਿਸ ਤਰੀਕੇ ਨਾਲ ਇਹ ਬੀਜੇਪੀ ਦੀ ਭਾਸ਼ਾ ਬੋਲ ਰਹੇ ਸੀ, ਜਦੋਂ ਕਰਤਾਰਪੁਰ ਵਾਲੇ ਲਾਂਘੇ ਵਾਲੀ ਇੱਕ ਸਿੱਖਾਂ ਵਾਸਤੇ ਬੜਾ ਇਹ ਧਾਰਮਿਕ ਤੇ ਜਜ਼ਬਾਤੀ ਮੁੱਦਾ ਸੀਗਾ ਕਿ ਕਰਤਾਰਪੁਰ ਦਾ ਲਾਂਘਾ ਖੁੱਲੇ, ਤੇ ਉਹਦੇ ਵਿੱਚ ਆਪਾਂ ਭਾਵੇਂ ਜੋ ਮਰਜ਼ੀ ਲੋਕੀ ਸਿਆਸੀ ਲੋਕ ਕਹਿੰਦੇ ਜਾਣ, ਜਿਹੜਾ ਰੋਲ ਸੀਗਾ ਨਵਜੋਤ ਸਿੱਧੂ ਦਾ ਬੜਾ ਪੋਜ਼ਿਟਿਵ ਸੀਗਾ, ਤੇ ਬੜੇ ਮਤਲਬ ਉਸ ਚੀਜ਼ ਨੇ ਲੋਕਾਂ ਦੇ ਮਨ ਜਿੱਤੇ ਸੀ। ਨਵਜੋਤ ਸਿੱਧੂ ਨੂੰ ਤਾਂ ਹੀ ਲੋਕਾਂ ਨੇ ਬਹੁਤ ਸਾਰੀ ਮਾਨਤਾ ਦਿੱਤੀ ਸੀ ਕਿ ਇਹ ਵਿਅਕਤੀ ਹੈ ਜਿਹਦੇ ਦਿਲ ਵਿੱਚ ਲੋਕਾਂ ਪ੍ਰਤੀ, ਧਰਮ ਪ੍ਰਤੀ ਕੋਈ ਸ਼ਰਧਾ ਹੈ। ਪਰ ਉਸ ਸਮੇਂ ਵੀ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਜਦੋਂ ਲਾਂਘਾ ਖੁੱਲਿਆ ਸੀਗਾ ਤੇ ਪਹਿਲੇ ਦਿਨ ਨਵਜੋਤ ਸਿੱਧੂ ਤੇ ਕੈਪਟਨ ਸਾਹਿਬ ਵੀ ਕਰਤਾਰਪੁਰ ਗਏ ਸੀਗੇ, ਤੇ ਉੱਥੇ ਜਿਹੜਾ ਭਾਸ਼ਣ ਹੋਇਆ ਸੀਗਾ, ਮੈਨੂੰ ਹੈਰਾਨੀ ਹੁੰਦੀ ਸੀ ਕਿ ਉੱਥੇ ਸਾਰੇ ਦਾ ਸਾਰਾ ਭਾਸ਼ਣ ਇੱਦਾਂ ਸੀਗਾ ਕਿ ਜਿੱਦਾਂ ਕੋਈ ਇਸ ਸੂਬੇ ਦਾ ਮੁੱਖ ਮੰਤਰੀ ਜਾਂ ਇੱਕ ਸਿੱਖ ਨਹੀਂ ਬੋਲ ਰਿਹਾ, ਇੱਕ ਭਾਰਤ ਦਾ ਡਿਫੈਂਸ ਮਿਨਿਸਟਰ ਬੋਲ ਰਿਹਾ। ਮੈਂ ਉਦੋਂ ਵੀ ਕਾਫੀ ਇੱਥੇ ਕਮੈਂਟ ਕੀਤਾ ਸੀਗਾ ਕਿ ਇਹ ਵਿਅਕਤੀ ਜਿਹੜਾ ਹੈ ਇਹ ਅਨਨੈਸੈਸਰੀ ਇਹਨੂੰ ਕੌਮੀ ਸੁਰੱਖਿਆ ਦਾ ਮਾਮਲਾ ਬਣਾ ਰਿਹਾ। ਤੇ ਉਸ ਭਾਸ਼ਾ ਦੇ ਚਲਦਿਆਂ ਚਲਦਿਆਂ ਹੁਣ ਉਹ ਪੂਰੀ ਤਰ੍ਹਾਂ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠ ਗਏ ਕੈਪਟਨ ਸਾਹਿਬ, ਤੇ ਕੌਮੀ ਸੁਰੱਖਿਆ ਦੀ ਦਵਾਈ ਪਿੱਟਣ ਲੱਗ ਗਏ, ਡੌਂਡੀ ਪਿੱਟਣ ਲੱਗ ਗਏ ਸੀਗੇ। ਉਹਦੇ ਤੋੜ ਵਜੋਂ ਮੈਨੂੰ ਲੱਗਦਾ ਹੈ ਕਿ ਉਹਦੇ ਵਿਰੋਧੀਆਂ ਨੇ ਉਹਦਾ ਅਕਸ ਇਹ ਦਿਖਾਉਣ ਲਈ ਕਿ ਵਿਅਕਤੀ ਝੂਠਾ ਕੌਮੀ ਸੁਰੱਖਿਆ ਦੀ ਦਵਾਈ ਦਿੰਦਾ, ਇਹਦਾ ਆਪਣਾ ਕਿਰਦਾਰ ਇਹ ਆ। ਇਹ ਚੀਜ਼ ਸਿਆਸੀ ਜਿਹੜੀ ਚਾਲ ਆ ਉਹਦੇ ਵਜੋਂ ਰੂਸਾ ਨੂੰ ਉਭਾਰਿਆ ਗਿਆ। ਅਦਰਵਾਈਜ਼ ਰੂਸਾ ਵੀ ਇੱਥੇ ਸੀ ਤੇ ਸਿਆਸਤਦਾਨ ਵੀ ਪਿਛਲੇ 20 ਸਾਲਾਂ ਤੋਂ ਇੱਥੇ ਹੀ ਸੀਗੇ ਸਾਰੇ। ਗੱਲ ਸੁਣੋ ਜੀ, ਜਦੋਂ ਤੁਸੀਂ ਆਹ ਗੱਲ ਕਰਦੇ ਨਾ ਕਰਤਾਰਪੁਰ ਦੇ ਲਾਂਘੇ ਦੀ, ਵੇਖੋ ਕਾਰਗਲ ਹੋ ਚੁੱਕੀ ਸੀ 2005-6 ਜਿਹੜਾ ਪਹਿਲਾ ਦੌਰ ਸੀਗਾ ਮਹਾਰਾਜੇ ਦਾ, ਮੇਰੇ ਖਿਆਲ 2002 ਤੋਂ 7 ਤੱਕ ਦਾ ਸੀ ਸ਼ਾਇਦ। ਉਹਦੇ ਵਿੱਚ ਇਹ ਮਹਾਰਾਜਾ ਵੀ, ਕੈਪਟਨ ਵੀ ਗਿਆ ਸੀਗਾ ਪਾਕਿਸਤਾਨ ਉਸ ਵੇਲੇ ਗਿਆ ਸੀ। ਨਨਕਾਣਾ ਸਾਹਿਬ ਗਿਆ ਸੀ ਜਦੋਂ ਸੋਨੇ ਦੀ ਪਾਲਕੀ ਚੜਾਈ ਸੀਗੀ, ਜਦੋਂ ਇਹਦੇ ਨਾਲ ਉਹ ਸਰਨੇ ਵਗੈਰਾ ਸੀਗੇ। ਇੱਕ ਉਹ ਪਿੰਕੀ
ਪਿੰਕੀ ਕੀ ਨਾਂ ਸੀ ਉਹਦਾ, ਚੱਡਾ ਦਾ ਨਾਂ ਕੀ ਸੀਗਾ, ਪੌਂਟੀ ਚੱਡਾ। ਪੌਂਟੀ ਚੱਡਾ, ਉਹ ਵੀ ਸੀਗੇ ਉਸ ਵੇਲੇ। ਉੱਥੋਂ ਦਾ ਪ੍ਰਧਾਨ ਜਿਹੜਾ ਚੀਫ ਮਿਨਿਸਟਰ ਸੀਗਾ ਉਹ ਸੀਗਾ ਪਰਵੇਜ਼ ਲਾਹੀ। ਚੌਧਰੀ ਉੱਥੋਂ ਬ੍ਰਦਰਸ, ਦਾ ਚੌਧਰੀ ਬ੍ਰਦਰ ਮਸ਼ਹੂਰ ਨੇ, ਚੌਧਰੀ ਬ੍ਰਦਰ ਜਿਹੜੇ ਪ੍ਰਵੇਜ ਲਾਈ ਰਹੀ। ਹਾਂਜੀ ਹਾਂ ਹਾਂ, ਉਹ ਸੀਗਾ। ਉੱਥੇ ਇਹਨੂੰ ਉਹ ਟ੍ਰੀਟਮੈਂਟ ਦਿੱਤਾ ਗਿਆ। ਉਹ ਐ ਲੱਗਾ ਵੀ ਇਹ ਤਾਂ ਸਿੱਖਾਂ ਦਾ ਰਿਪਰੈਜ਼ੈਂਟੇਟਿਵ ਆ ਗਿਆ, ਬਈ ਸਿੱਖ ਧਰਮ ਦਾ ਹੀਰੋ ਹੈ, ਸਿੱਖ ਧਰਮ ਦਾ ਆਈਕਨ ਹੈ। ਉਹਨੂੰ ਉਹ ਦਿੱਤਾ ਗਿਆ, ਵੱਡੇ ਵੱਡੇ ਨਾਅਰੇ ਲਾਏ ਗਏ, ਵੱਡੇ ਵੱਡੇ ਉਹ ਕੱਟ ਆਊਟ ਜਿਹੜੇ ਵੱਡੇ ਵੱਡੇ ਬੈਨਰ ਲਾਏ ਗਏ, ਏਅਰਪੋਰਟਾਂ ਦੇ ਲਾਏ ਗਏ। ਇਹਦੇ ਵੇਖੋ ਗੁਲਾਬੀ ਪੱਗ ਬੰਨੀ ਸੀ ਪੂਰੀ, ਕਾਲੇ ਰੰਗ ਦੇ ਐਸਕਨ ਪਾਈ ਸੀ। ਐਂ ਲੱਗ ਰਿਹਾ ਵੀ ਉਹ ਸੀਐਮ ਨਹੀਂ ਆ ਰਿਹਾ, ਕੋਈ ਪੀਐਮ ਆ ਰਿਹਾ ਹਿੰਦੁਸਤਾਨ ਦਾ। ਲਾੜਾ ਬਣ ਕੇ ਗਏ ਸੀ, ਪੂਰਾ ਲਾੜਾ ਬਣ ਕੇ। ਸਵਾਗਤ ਇੰਨਾ ਕੀਤਾ ਗਿਆ, ਇੰਨਾ ਕੀਤਾ ਗਿਆ। ਉਹੀ ਅੱਛਾ, ਉਹਨੂੰ ਇਹਨੂੰ ਇਹ ਹੋਇਆ ਜਦੋਂ ਕਿ ਕਾਰਗਿਲ ਹੋ ਚੁੱਕੀ ਸੀ, ਸਾਡੇ ਇਸ ਤਰ੍ਹਾਂ ਸਾਰਾ ਉਲਟ ਹੋ ਚੁੱਕਾ ਹੈਗਾ। ਪਰ ਜਦੋਂ ਹੁਣ ਵੇਖੋ ਤਾਂ ਬਰਾਬਰ ਹੀ, ਜਦੋਂ ਨਵਜੋਤ ਜਾਂਦਾ ਉਹ ਕਰਤਾਰਪੁਰ ਦੀ ਲਾਂਘੇ ਦੀ ਗੱਲ ਕਰਦਾ, ਉਹਨੂੰ ਤਾਂ ਫਿਰ ਗਦਾਰ ਦਾ ਦਿੱਤਾ ਜਾਂਦਾ ਹੈਗਾ ਲਕਬ ਵੀ ਇਹ ਗਦਾਰ ਹੀ ਹੈ, ਗਦਾਰੀ ਕਰਦਾ ਹੈ। ਉੱਥੇ ਕੈਪਟਨ ਦੇ ਵੀ ਤਾਂ ਬੜੇ ਆਏ ਸੀ ਨਾ, ਸ਼ਬਦ ਆਏ ਸੀਗੇ। ਤੇ ਉਹਨੂੰ ਹੁਣ ਅੱਜ ਬੀਜੇਪੀ ਜਿਹੜੀ ਉਸੇ ਕੈਪਟਨ ਨੂੰ ਜਿਹੋ ਜਿਹਾ ਨਵਜੋਤ ਨੇ ਕੰਮ ਕੀਤਾ, ਜਿਹੋ ਜਿਹਾ ਉਸੇ ਨੇ ਵੀ ਉਹੋ ਜਿਹਾ ਕੀਤਾ ਸੀਗਾ, ਉਹਨੂੰ ਅੱਜ ਨੈਸ਼ਨਲਿਸਟ ਦਾ ਰਾਸ਼ਟਰਵਾਦ ਦਾ ਇੱਕ ਰਾਸ਼ਟਰਵਾਦੀ ਬੰਦਾ ਇਹ ਨੈਸ਼ਨਲਿਸਟ ਹੈਗਾ। ਇਹਨੂੰ ਇਹ ਖਿਤਾਬ ਦਿੱਤਾ ਜਾ ਰਿਹਾ ਹੈਗਾ। ਦੇਖੋ ਇਹ ਹੁਣ ਸਿਆਸੀ ਨਿਗਾਰ ਦੀ ਗੱਲ ਹੀ ਹੈ ਨਾ। ਜੇ ਤੁਸੀਂ ਨਵਜੋਤ ਨੂੰ ਕਹਿੰਦੇ ਆ, ਜਦੋਂ ਕਿ ਉਹਦਾ ਐਸਾ ਤਾਂ ਪੋਲੀਟੀਕਲ ਹਿੱਤ ਤਾਂ ਹੈ ਹੀ ਨਹੀਂ। ਉਹ ਸਿੱਖਾਂ ਦੀ ਗੱਲ ਸੀ, ਕਰਤਾਰਪੁਰ ਦੇ ਲਾਂਘੇ ਸੀ, ਸਾਰੀ ਦੁਨੀਆ ਵਰਲਡ ਦੀ ਗੱਲ ਸੀ। ਉਹ ਤਾਂ ਉਹ ਇਹ ਹੁਣ ਸਿਆਸੀ ਨਿਗਾਰ ਦਾ ਹਿੱਸਾ ਹੀ ਬਣਦਾ। ਇਹ ਵੀ ਇੱਕ ਪਾਸੇ ਦੂਰੇ ਮਿਆਰ ਹੈ, ਦੂਰੇ ਮਾਪਦੰਡ ਹੈ। ਅੱਛਾ ਗੱਲ ਸੁਣੋ ਗੱਜਣਵਾਲਾ ਜੀ, ਜੇ ਸਿੱਖ ਹੁਣ ਕਾਂਗਰਸ ਸੀਗੀ, ਉਹ ਹੁਣ ਉਦੋਂ ਬੀਜੇਪੀ ਹੈ ਨਹੀਂ ਸੀਗੀ, ਉਦੋਂ ਆ ਚਾਹੁੰਦੀ ਆ। ਹੁਣ ਕੀ ਹੋਇਆ ਵੀ ਇਹੀ ਜਿਹੜਾ ਕੈਪਟਨ ਸਾਹਿਬ ਆ, ਇਹ ਬੀਜੇਪੀ ਦੀ ਝੋਲੀ 'ਚ ਜਾ ਰਹੇ ਆ। ਉਹੀ ਕਿਸਾਨ ਜਿਹੜੇ ਕਿਸਾਨਾਂ ਦਾ ਯੁੱਧ ਲੱਗਾ ਹੋਇਆ ਬੀਜੇਪੀ ਦੇ ਨਾਲ, ਤੇ ਇਹ ਇੱਥੋਂ ਦਾ ਸੀਐਮ ਜਿਹੜਾ ਸਾਬਕਾ ਸੀਐਮ ਉੱਧਰ ਜਾ ਰਿਹਾ ਹੈਗਾ, ਆਪਦੀ ਇੱਕ ਨਵੀਂ ਪਾਰਟੀ ਬਣਾਉਣ ਦੇ ਰੌਂਦ ਦੇ ਵਿੱਚ। ਤੇ ਇੱਕ ਨਵਾਂ ਉਹਨਾਂ ਦੇ ਨਾਲ ਬੀਜੇਪੀ ਨਾਲ ਅਲਾਇੰਸ ਕਰੂਗਾ ਜਾਂ ਕਿਵੇਂ ਕਰੂਗਾ, ਤੇ ਇਹ ਹੁਣ ਉਸ ਪਾਸੇ ਜਾ ਰਿਹਾ। ਯਾਰ ਇਹ ਸਿਆਸਤ ਇੱਥੋਂ ਤੱਕ ਚਲੀ ਜਾਊਗੀ। ਅਸੀਂ ਵੋਟਾਂ ਪਾਉਣ ਵਾਲਿਆਂ ਨੇ ਵੋਟਾਂ ਪਾਈ ਜਾਣੀਆਂ, ਅਸੀਂ ਇੱਥੋਂ ਮੁੜ ਕੇ ਇਹ ਨਹੀਂ ਵੇਖਣਾ ਵੀ ਜਿਹਨੂੰ ਵੋਟ ਪਾਈ ਉਹ ਦਲ ਬਦਲ ਨੂੰ ਬਣ ਜਾਂਦਾ, ਫਿਰ ਦਲ ਬਦਲ ਨੂੰ ਵੋਟਾਂ ਪਾਈ ਜਾਂਦੇ ਆ। ਬਿਲਕੁਲ ਜੀ, ਲੋਕਾਂ ਦੇ ਵਿੱਚ ਜਿਹੜੀ ਚੇਤਨਾ ਦੀ ਘਾਟ ਹੈ ਉਹ ਤੁਸੀਂ ਠੀਕ ਇਸ਼ਾਰਾ ਕਰ ਰਹੇ ਹੋ, ਤੇ ਸਿਆਸਤ ਦੇ ਨਿਗਾਰ ਦੀ ਵੀ ਤੁਸੀਂ ਗੱਲ ਸਹੀ ਕਰ ਰਹੇ ਹੋ। ਪਰ ਜਦੋਂ ਆਪਾਂ ਦੇਖਦੇ ਹਾਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਇੱਟ ਪੂਸਨੀਆਂ ਮਾਰਦੇ ਨੇ, ਭਾਵੇਂ ਪਾਰਟੀਆਂ ਬਦਲਣ ਦਾ ਮੁੱਦਾ ਹੋਵੇ, ਚਾਹੇ ਇਹਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਬਦਲਣ ਦਾ ਮੁੱਦਾ ਵੀ ਹੋਵੇ, ਮੁੱਦਾ ਅੱਜ ਜਿਹੜਾ ਮੁੱਦਾ ਕੈਪਟਨ ਸਾਹਿਬ ਉਠਾ ਰਹੇ ਆ ਨੈਸ਼ਨਲ ਸੁਰੱਖਿਆ ਦਾ, ਜੋ ਤੁਸੀਂ ਠੀਕ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੀਗੀ ਉਦੋਂ ਤੁਹਾਨੂੰ ਯਾਦ ਹੈ ਪਟਿਆਲਾ ਵਿੱਚ ਸਾਂਝੀਆਂ ਗੇਮਾਂ ਵੀ ਕਰਾਈਆਂ ਸੀਗੀਆਂ, ਬੜੀ ਬੱਲੇ ਬੱਲੇ ਹੋਈ ਸੀ। ਗੁਰੂ ਨਾਨਕ ਯੂਨੀਵਰਸਿਟੀ 'ਚ ਇੱਕ ਸੈਮੀਨਾਰ ਵੀ ਹੋਇਆ ਸੀਗਾ ਬੜਾ ਵੱਡਾ, ਉਹ 'ਚ ਕੈਪਟਨ ਸਾਹਿਬ ਮੁੱਖ ਮਹਿਮਾਨ ਵਜੋਂ ਬੋਲੇ ਤੇ ਦੋਨਾਂ ਦੇਸ਼ਾਂ ਦੇ ਮਿੱਤਰਤਾ ਦੀ ਗੱਲ ਜਿਹੜੀ ਉੱਥੇ ਉਹ ਕਰ ਰਹੇ ਸੀਗੇ। ਮੈਂ ਉਸ ਸੈਮੀਨਾਰ 'ਚ ਆਪ ਸ਼ਾਮਲ ਸੀਗਾ, ਮੈਂ ਉਹ ਸਾਰਾ ਭਾਸ਼ਣ ਕੈਪਟਨ ਸਾਹਿਬ ਦਾ ਬੈਠ ਕੇ ਸੁਣਿਆ ਸੀਗਾ। ਐਸਪੀ ਸਿੰਘ ਉਦੋਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਦੇ ਵੀਸੀ ਹੋਇਆ ਕਰਦੇ ਸੀਗੇ। ਸੋ ਇਹ ਜਿਹੜੀਆਂ ਇਹਨਾਂ ਦੀਆਂ ਸਿਆਸੀ ਚਾਲਾਂ ਨੇ ਜੀ, ਇਹ ਤੇ ਆਪਾਂ ਇਹਨਾਂ ਤੋਂ ਹੁਣ ਸਾਰੇ ਭਲੀ ਭਾਂਤ ਮਾਲੂ ਆ, ਵੋਟਰ ਵੀ ਜਿਹੜੇ ਆ ਉਹ ਵੀ ਇਹਨਾਂ ਗੱਲਾਂ ਨੂੰ ਸਮਝਦੇ ਨੇ। ਪਰ ਮਜਬੂਰੀ ਹੈ ਵੀ ਲੋਕ ਜਾਣ ਤੇ ਜਾਣ ਕਿੱਥੇ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਜੇਕਰ ਕਾਂਗਰਸ ਵਾਕਿਆ ਹੀ ਗਰਕ ਗਈ ਆ, ਉਹਨੇ ਕੋਈ ਪ੍ਰੋਗਰਾਮ ਹੀ ਨਹੀਂ ਆ ਲੋਕਾਂ ਨੂੰ ਦੇਣ ਲਈ, ਲੋਕ ਹਿੱਤ ਲਈ, ਪੰਜਾਬ ਦੇ ਹਿੱਤ ਲਈ, ਤੇ ਜਿਹੜੀ ਖੇਤਰੀ ਪਾਰਟੀ ਲੋਕਾਂ ਨੇ ਬੜੇ ਦਮਖਮ ਨਾਲ ਅਸੀਂ ਕਹਿੰਦੇ ਰਹੇ ਆ ਕਿ ਅਕਾਲੀ ਦਲ ਕੋਈ ਰਾਜਨੀਤਿਕ ਪਾਰਟੀ ਨਹੀਂ ਆ, ਇਹ ਇੱਕ ਕਿਸਮ ਦੀ ਜੀਵਨ ਸ਼ੈਲੀ ਆ। ਆਮ ਜਥੇਦਾਰ ਅਨਪੜ੍ਹ ਪੇਂਡੂ ਲੋਕ ਜਿਹੜੇ ਸੀ ਮੋਢੇ ਤੇ ਪਰਨਾ ਸੁੱਟ ਕੇ ਨੀਲੀ ਪੱਗ ਬੰਨ੍ਹ ਕੇ ਚੰਡੀਗੜ੍ਹ ਨੂੰ ਵੀਰ ਘੱਤ ਦਿੰਦੇ ਹੁੰਦੇ ਸੀ ਇੱਕ ਸੱਦੇ ਦੇ ਉੱਤੇ। ਤੇ ਅੱਜ ਉਸ ਪਾਰਟੀ ਦਾ ਕੀ ਅਸਰ ਆ, ਉਹ ਕੀ ਕਰ ਰਿਹਾ, ਉਹਨਾਂ ਦੀ ਕੀ ਪੋਜੀਸ਼ਨ ਆ, ਲੋਕ ਉਹਨਾਂ ਬਾਰੇ ਕੀ ਸੋਚ ਰਹੇ ਆ? ਦੇਖੋ ਜੀ, ਹੁਣ ਜਦੋਂ ਹੁਣ ਅਗਲੇ ਸਿਆਸੀ ਰੰਗਮੰਚ ਜਿਹੜਾ ਨਵਾਂ ਸਜਣਾ 2022 ਚ, ਆਪਾਂ ਰੋਜ਼ ਇਹੀ ਗੱਲ ਕਰਦੇ, ਹਰ ਹਫ਼ਤੇ ਇਹੀ ਗੱਲ ਕਰਦੇ ਵੀ ਕੀ ਹੋਊਗਾ। ਤੇ ਆਪਾਂ ਨੂੰ ਲੋਕ ਵੀ ਇਹੀ ਪੁੱਛਦੇ ਵੀ ਕੀ ਬਣੂਗਾ। ਉਹ ਸਵਾਲ ਹੀ ਇਹੋ ਜਿਹਾ ਕਰਦੇ ਆ ਕਿਹੜੀ ਬਣੂ। ਉਹ ਸਵਾਲ ਕਰਨ ਵਾਲੇ ਨੂੰ ਵੀ ਪਤਾ ਵੀ ਕੁਛ ਵੀ ਨਹੀਂ ਬਣਦਾ ਜੇ ਕੁਛ ਦੱਸਿਆ ਨਹੀਂ ਜਾ ਸਕਦਾ। ਪਰ ਇੱਕ ਗੱਲ ਆ ਵੀ ਜਿੱਥੋਂ ਤੱਕ ਆ ਰਹੀ ਹੈ ਗੱਲ, ਵੀ ਜਿਹੜੇ ਅਕਾਲੀ ਆ
ਅਕਾਲੀ ਤਾਂ ਲਗਭਗ ਜਿਵੇਂ ਫੀਡਬੈਕ ਸਾਨੂੰ ਮਿਲਦੀ ਸੀ ਤਾਂ ਉਹੀ ਗੱਲ ਕਰਨੀ ਆ ਨਾ, ਅਕਾਲੀ ਲਗਭਗ ਖਾਲੀ ਹੋ ਗਏ। ਉਹਨਾਂ ਨੇ ਆਪਦੇ ਮੁੱਦੇ ਗਵਾ ਲਏ ਆ, ਉਹਨਾਂ ਜਿਨ੍ਹਾਂ ਦੇ ਮੁੱਦੇ ਦੇ ਆਧਾਰ ਤੇ ਉਹਨਾਂ ਦਾ ਕਾਡਰ ਖੜਾ ਸੀਗਾ ਬਣਿਆ ਸੀਗਾ, ਉਹ ਦੋਨੋਂ ਹੀ ਗਵਾ ਗਏ ਆ। ਉਹਨਾਂ ਨੇ ਆਪਦਾ ਕਿਸਾਨਾਂ ਵਾਲਾ ਮੁੱਦਾ ਵੀ ਗਵਾ ਬੈਠੇ ਆ, ਉਹੀ ਵੋਟ ਬੈਂਕ ਸੀਗਾ। ਤੇ ਦੂਜਾ ਜਿਹੜਾ ਸੀਗਾ ਪੰਥ ਦਾ, ਉਹ ਵੀ ਉਹ ਪੰਜਾਬੀ ਪਾਰਟੀ ਜੀ ਬਣਾ ਗਏ, ਉਹਦੇ ਵਿੱਚ ਵੀ ਉਹ ਗਵਾ ਗਏ। ਉਹੀ ਗੱਲ ਸੀਗੀ ਵੀ ਇਹਨਾਂ ਦੀ ਚੜ੍ਹਤ ਉਹਨਾਂ ਚਿਰ ਰਹੀ ਜਦੋਂ ਇਹਨਾਂ ਕੋਲੇ ਕਿਸਾਨਾਂ ਦੀ ਵੋਟ ਸੀ। ਇਹਨਾਂ ਕੋਲ ਸੀ ਕਿਸਾਨਾਂ ਦੀ ਵੋਟ ਤੇ ਮੋਦੀ ਦੀ ਸਪੋਰਟ, ਉਹਨਾਂ ਚਿਰ ਇਹਨਾਂ ਦੀ ਗੱਡੀ ਚੱਲਦੀ ਰਹੀ। ਹੁਣ ਇਹ ਦੋਨੋਂ ਇਹਦੇ ਵਿੱਚੋਂ ਨਿਕਲ ਕੇ ਨਾ ਮੋਦੀ ਦੀ ਸਪੋਰਟ ਰਹੀ ਹੈ ਤੇ ਨਾ ਹੀ ਕਿਸਾਨਾਂ ਦੀ ਵੋਟ ਰਹੀ ਹੈ। ਇਸ ਵੇਲੇ ਇਹਦੇ ਉੱਤੇ ਇਹਨਾਂ ਦੇ ਤਾਂ ਕੁਐਸਚਨ ਜਿਹਾ ਲੱਗਾ ਹੋਇਆ ਜੀ। ਤੇ ਬਾਕੀ ਗਾਂ ਅਜੇ ਰਹਿੰਦੇ 5-7 ਮਹੀਨੇ ਕੀ ਕਿਹੜੇ ਪਾਸੇ ਜਾਂਦੀ। ਅੱਛਾ ਗਜਨਵਾਲਾ ਜੀ, ਤੇ ਰਹੀ ਗੱਲ ਗਜਨਵਾਲਾ ਜੀ, ਜੇ ਪੰਜਾਬ ਦੇ ਲੋਕਾਂ ਦੀ ਗੱਲ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਬਿਲਕੁਲ ਲੋਕਾਂ ਦੀ ਨਜ਼ਰ 'ਚ ਗਿਰ ਗਏ, ਖਤਮ ਹੋ ਗਏ ਆ। ਇਹ ਤੋਂ ਪਹਿਲਾਂ ਇੱਕ ਧਿਰ ਹੋਰ ਹੋਇਆ ਕਰਦੀ ਸੀ ਕਿਸੇ ਜ਼ਮਾਨੇ 'ਚ, ਜਦੋਂ ਆਪਾਂ ਛੋਟੇ ਹੋਏ ਹੁੰਦੇ ਸੀਗੇ ਤੇ ਕਾਫੀ ਸਰਗਰਮ ਹੁੰਦੇ ਸੀ ਉਹ ਲੋਕ, ਜਿਨ੍ਹਾਂ ਨੂੰ ਅੱਜ ਕੱਲ੍ਹ ਲੋਕੀ ਗਾਲ ਵਾਂਗੂ ਲੈਂਦੇ ਨੇ। ਕਿਸੇ ਨੂੰ ਕਾਮਰੇਡ ਕਹਿ ਦਿਓ ਤੇ ਉਹਨੂੰ ਬੜਾ ਗੁੱਸਾ ਲੱਗਦਾ। ਤੇ ਕਾਮਰੇਡ ਜਿਹੜੇ ਸੀਗੇ ਉਹ ਲੋਕ ਕਿਤੇ ਕਿਤੇ ਨਾ ਕਿਤੇ ਗੱਲ ਕਰਿਆ ਕਰਦੇ ਸੀਗੇ, ਪਿੰਡਾਂ 'ਚ ਨਾਟਕ ਖੇਡਿਆ ਕਰਦੇ ਸੀ। ਭਾਜੀ ਗੁਰਸ਼ਨ ਹੋਰਾਂ ਦਾ ਸਮਾਂ ਸਾਨੂੰ ਯਾਦ ਹੈ, ਉਹਨਾਂ ਦੀਆਂ ਗੱਲਾਂ ਬਹੁਤ ਟੁੰਬਦੀਆਂ ਸੀ। ਨਾਟਕ ਨਿੱਕੇ ਨਿੱਕੇ ਉਹ ਨੁੱਕੜ ਨਾਟਕ ਖੇਡਦੇ ਹੁੰਦੇ ਸੀ ਪਿੰਡਾਂ 'ਚ ਆ ਕੇ ਰਾਤਾਂ ਨੂੰ। ਪਹਿਲਾਂ ਉਹ ਖਤਮ ਹੋ ਗਏ, ਬਿਲਕੁਲ ਹੀ ਖਤਮ ਹੋ ਗਏ, ਪੰਜਾਬ ਦੇ ਨਕਸ਼ੇ ਤੋਂ ਮਿਟ ਹੀ ਗਏ। ਫਿਰ ਉਸ ਤੋਂ ਬਾਅਦ ਜਿਹੜਾ 84 ਵਾਲਾ ਦੌਰ ਆਇਆ, ਉਹਦੇ ਵਿੱਚ ਕਈ ਤਰ੍ਹਾਂ ਦੇ ਰੰਗ ਬਰੰਗੇ ਅਕਾਲੀ ਦਲ ਆਪਾਂ ਵੇਖੇ। ਰਵੀ ਇੰਦਰ ਨੇ 1920 ਵਾਲਾ ਬਣਾਇਆ, ਤੇ ਇੱਕ ਮਾਨ ਸਾਹਿਬ ਨੇ ਬਹੁਤ ਕੁਝ ਕੀਤਾ ਜੀ, ਲੋਕਾਂ ਨੇ ਮਾਣ ਵੀ ਬੜਾ ਦਿੱਤਾ ਉਹਨਾਂ ਨੂੰ। ਉਹਨਾਂ ਨੇ ਜਿੱਦਾਂ ਕੀਤਾ, ਉਸ ਤੋਂ ਬਾਅਦ ਕਈ ਹੋਰ ਗਰਮਦਰੀਏ ਅਕਾਲੀ, ਮੇਰੇ ਖਿਆਲ 12-14 ਅਕਾਲੀ ਦਲ ਹੀ ਬਣ ਗਏ ਸੀ ਰੰਗ ਬਰੰਗੇ। ਉਹ ਸਾਰੇ ਹੌਲੀ ਹੌਲੀ ਪੰਜਾਬ ਦੇ ਦ੍ਰਿਸ਼ ਤੋਂ ਲਾਂਭੇ ਹੋ ਗਏ ਆ। ਹੁਣ ਤੁਸੀਂ ਕਹਿ ਰਹੇ ਹੋ ਕਾਂਗਰਸ ਦਾ ਵੀ ਇਹ ਹਾਲ ਆ, ਅਕਾਲੀਆਂ ਦਾ ਵੀ ਇਹ ਹਾਲ ਆ। ਤੇ ਅਜੇ ਇੱਕ ਪਾਰਟੀ ਬਾਰੇ ਮੈਂ ਤੁਹਾਨੂੰ ਪੁੱਛਣਾ, ਉਹ ਹੈਗੀ ਆ ਜਿਹੜੀ ਨਵੀਂ ਜੰਮੀ ਪਾਰਟੀ ਸੀ, ਬੜਾ ਲੋਕਾਂ ਨੂੰ ਉਤਸ਼ਾਹ ਸੀ 2000 ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ 17 ਦੀਆਂ, ਤੇ ਜਿਸ ਤਰੀਕੇ ਨਾਲ ਉਹ ਸਰਕਾਰ ਬਣਾਈ ਬੈਠੇ ਸੀ, ਤੇ ਉਹਨਾਂ ਦਾ ਕਿਰਦਾਰ ਵੀ ਬੜੀ ਛੇਤੀ ਨੰਗਾ ਹੋ ਗਿਆ। ਲੋਕੀ ਉਹਨਾਂ ਤੋਂ ਵੀ ਬਦਜਨ ਹੋ ਗਏ। ਉਹਨਾਂ ਦਾ ਅੱਜ ਕੱਲ੍ਹ ਕੀ ਹਾਲ ਆ? ਹੁਣ ਆਖਰਕਾਰ ਤੇ ਲੋਕਾਂ ਨੇ ਕਿਤੇ ਜਾਣਾ ਹੀ ਆ ਨਾ ਜੀ। ਲੋਕਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਲੋਕੀ ਅੰਨ੍ਹੇਵਾਹ ਵੋਟ ਪਾ ਦਿੰਦੇ ਆ, ਲੋਕ ਜਾਣ ਤੇ ਜਾਣ ਕਿੱਥੇ? ਹੁਣ ਉਹਨਾਂ ਆਪ ਵਾਲਿਆਂ ਦਾ ਕੀ ਹਾਲ ਆ? ਇਹ ਤੁਹਾਡੇ ਲਾਸਟ ਸਵਾਲ ਦੇ ਉੱਤੇ ਮੇਰੇ ਖਿਆਲ ਆਪਣਾ ਜਿਹੜਾ ਅੱਜ ਦਾ ਐਪੀਸੋਡ ਜਿਹਾ ਮੁੱਕ ਜਾਊਗਾ ਜੀ ਜੀ। ਤੇ ਆਪ ਦੀ ਗੱਲ ਕਰਦੇ ਆ। ਵੇਖੋ ਸੁਣਾ ਕੇ ਤਾਂ ਜਿਵੇਂ ਮਰਜ਼ੀ ਕਰ ਲਓ, ਵੀ ਉਹ ਸਰਵੇ ਆਈ ਜਾਂਦੇ ਆ ਵੀ ਉਹ 57 ਲੈ ਜਾਣਗੇ, ਆਪ ਵਾਲੇ 55 ਤੋਂ 57 ਤੱਕ ਹੈ, ਦੂਜਿਆਂ ਦੇ 30 ਤੋਂ 35, ਕਾਂਗਰਸ ਦੇ ਤੇ ਅਕਾਲੀਆਂ ਦੇ 15 ਤੱਕ ਹੈ, ਐਂ ਜੇ ਆਈ ਜਾਂਦੇ ਸਰਵੇ। ਪਰ ਜਿੱਥੋਂ ਤੱਕ ਲੱਗ ਰਿਹਾ ਹੈਗਾ ਨਾ, ਆਪ ਦੀ ਵੀ ਗੱਲ ਆ। ਆਪ ਦਾ ਵੀ ਜਿਹੜਾ ਝਾੜੂ ਪਹਿਲਾਂ ਵਾਲਾ ਸੀ ਨਾ, ਪੁਰਾਣਾ ਝਾੜੂ ਸੀਗਾ, ਉਹ ਉਹਨੇ ਉਹਦੇ ਹੁਣ ਤੀਲੇ ਹੈ ਨਹੀਂਗੇ, ਪਹਿਲੇ ਦਿਨ ਹੈ ਨਹੀਂ। ਕਿਉਂਕਿ ਹੁਣੇ ਪਤਾ ਲੱਗਾ ਵੀ ਨਾ ਤਾਂ ਦੁਆਬੇ 'ਚ ਇਹਨਾਂ ਕੋਲੇ ਬੰਦਾ ਕੋਈ ਖੜਾ ਕਰਨ ਨੂੰ ਹੈਗਾ, ਤੇ ਨਾ ਹੀ ਮਾਝੇ ਦੇ ਵਿੱਚ। ਮਾਝਾ ਤਾਂ ਅੱਗੇ ਤੁਸੀਂ ਹਿਸਾਬ ਕਰ ਦਿੱਤਾ ਸੀਗਾ, ਉਹ ਹੈ ਹੀ ਨਹੀਂ ਸੀਗਾ। ਤੇ ਇਹਦੇ ਉੱਤੇ ਵੀ ਕੋਈ ਬਹੁਤ ਹੀ ਵੱਡੀ ਨਹੀਂ ਗੱਲ ਵੀ ਐ ਆਪ ਆ ਜਾਊਗੀ। ਉਹ ਵੈਸੇ ਉਹਦੇ ਕੇਜਰੀਵਾਲ ਸਾਹਿਬ ਦਾ ਇਰਾਦਾ ਹੈਗਾ ਵੀ ਮੈਨੂੰ ਕੋਈ ਇੱਕ ਅੱਧੀ ਹੋਰ ਸਟੇਟ ਮਿਲ ਜੇ ਤੇ ਮੈਂ ਨੈਸ਼ਨਲ ਲੀਡਰ ਵਜੋਂ ਉੱਭਰ ਸਕਾਂ, ਕਿਉਂਕਿ ਉਹਦੀ ਇੱਛਾ ਤਾਂ ਬਹੁਤ ਵੱਡੇ ਆ ਨਾ, ਉਹਦੀਆਂ ਆਕਾਂਖਿਆਵਾਂ ਜਿਹੜੀਆਂ, ਇੱਛਾਵਾਂ ਜਿਹੜੀਆਂ ਉਹਦੀਆਂ ਕਾਫੀ ਜ਼ਿਆਦਾ ਹੈ, ਅਭਿਲਾਸ਼ੀ ਹੈ ਬੰਦਾ। ਤੇ ਉਹ ਉਹਦਾ ਵੀ ਆ ਜੇ, ਪਰ ਲੱਗਦਾ ਨਹੀਂ ਇਸ ਵੇਲੇ ਕੁਛ ਉਹਦੇ ਵਿੱਚ ਹੈਗਾ। ਤੇ ਬਾਕੀ ਦੀ ਮੈਂ ਅਕਾਲੀਆਂ ਨੂੰ ਇਹ ਨਹੀਂ ਕਹਿੰਦਾ ਵੀ ਉਹ ਖਤਮ ਹੋ ਗਏ, ਤੁਸੀਂ ਇਹ ਤੁਹਾਡੇ ਮੇਰੇ ਮੂੰਹ 'ਚ ਪਾ ਰਹੇ ਗੱਲ, ਉਹ ਖਤਮ ਨਹੀਂ ਹੋ ਗਏ। ਮੈਂ ਤਾਂ ਉਹ ਗੱਲ ਕਰ ਰਿਹਾ ਕਿ ਉਹਨਾਂ ਦਾ ਵੋਟ ਬੈਂਕ ਡਿਲਿਊਟ ਹੋ ਗਿਆ, ਫਿੱਕਾ ਪੈ ਗਿਆ, ਮੱਠਾ ਪੈ ਗਿਆ, ਘਟ ਗਿਆ ਹੈਗਾ, ਬਹੁਤ ਫਰਕ ਪੈ ਗਿਆ। ਤੇ ਉਹਨਾਂ ਕੋਲੇ ਕੋਈ ਇਹੋ ਜਿਹਾ ਵੱਡਾ ਚਿਹਰਾ ਉਹਨਾਂ ਕੋਲ ਨਹੀਂ ਬਚਿਆ। ਸਾਰੀ ਟੁੱਟ ਭੱਜ ਹੋ ਗਈ, ਢੀਂਡ ਸਿੰਘ ਨਿਕਲ ਗਿਆ, ਬ੍ਰਹਮਪੁਰ ਨਿਕਲ ਗਏ, ਜੇ ਉਹ ਬਹੁਤ ਕੁਛ ਨਿਕਲ ਗਿਆ। ਉਹਨਾਂ ਕੋਲ ਵੀ ਕੋਈ ਖਾਸ ਹੈ ਨਹੀਂ, ਪਰ ਮੈਦਾਨ 'ਚ ਤਾਂ ਹੈ ਨਾ, ਪੁਰਾਣੇ ਬੰਦੇ ਹੈਗੇ ਆ। ਹਾਂ, ਜਦੋਂ ਹੁਣ ਕਾਂਗਰਸ ਦੀ ਜਦੋਂ ਗੱਲ ਕਰਾਂਗੇ, ਇਹ ਹੁਣ ਕਾਂਗਰਸ ਦੇ ਕੋਲੇ ਇਸ ਵੇਲੇ ਕੀ ਸਰਕਾਰ ਜਿਹੜੀ ਚੰਨੀ ਸਾਹਿਬ ਦੀ, ਚੰਨੀ ਸਾਹਿਬ ਦਾ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਉਹ ਚੰਨੀ ਸਾਹਿਬ 'ਚੋਂ ਆਪਾਂ ਨੂੰ ਕੋਈ ਹਾਈਲਾਈਟ ਜਾਂ ਵੱਡਾ ਕੁਝ ਹੁੰਦਾ ਨਹੀਂ ਦਿੰਦਾ। ਉਹਦੇ ਕੋਲੇ ਕਿਹੜੀ ਚੀਜ਼ ਹੈਗੀ, ਖਾਸ ਮੁੱਦਾ ਹੈਗਾ ਜਿਹਦੇ ਨਾਲ ਉਹ ਲੋਕਾਂ ਨੂੰ ਆਦ ਵੱਲ ਖਿੱਚੂਗਾ? ਉਹ ਕਿਵੇਂ ਕਰੂਗਾ? ਸਮਝ ਹੀ ਲੱਗਦੀ ਨਹੀਂ ਗੀ। ਤੇ ਸਿੱਧੂ ਸਾਹਿਬ ਦਾ ਬਈ ਵੇਖੋ ਕਿ ਨਵੇਂ ਪੈਂਤਰੇ ਉਹ ਹਰ ਬਦਲ ਜਾਂਦੇ, ਵੇਖੋ ਦਾ ਕੀ ਬਣਦਾ। ਕਿਤੇ ਗਿੱਲ ਸਾਹਿਬ ਗੱਲ ਸੁਣੋ, ਆ ਲਾਸਟ ਗੱਲ ਕਰਕੇ ਆਪਾਂ ਬੰਦ ਹੀ ਕਰ ਦਿਆਂਗੇ, ਹੈ ਨਾ? ਜੀ ਜੀ ਬਿਲਕੁਲ, ਹਾਂਜੀ ਹਾਂਜੀ। ਮੈਨੂੰ ਐਂ ਲੱਗ ਰਿਹਾ ਹੈ ਵੀ ਜਿਹੜੇ ਸਾਡੇ ਲੋਕ ਆ ਨਾ, ਇਹ ਬਹੁਤ ਭੋਲੇ ਆ, ਸਿੱਧੇ ਬੰਦੇ ਆ, ਕੋਈ ਜਾਗ੍ਰਿਤੀ ਵਾਲੀ ਗੱਲ ਨਹੀਂ ਲੱਗਦੀ। ਹਾਂ, ਉਹ ਇੰਨਾ ਹੈਗਾ, ਕਿਸਾਨ ਅੰਦੋਲਨ ਨੇ ਕਾਫੀ ਕੁਛ ਜਿਹਾ ਜਗਾਤਾ, ਇਹਨਾਂ ਨੂੰ ਸਮਝਾਤਾ ਵੀ ਅਸੀਂ ਹੁਣ ਉੱਠ ਖਲੋਤੇ ਹਾਂ।
ਪਰ ਮੈਨੂੰ ਐ ਲੱਗ ਰਿਹਾ ਵੀ ਜਿਹੜਾ ਅਮਰਿੰਦਰ ਸਿੰਘ ਆ ਨਾ, ਇਹ ਅਜੇ ਵੀ ਵੱਡੀ ਤੋਪ ਹੀ ਹੈ। ਇਹਦੇ ਵਰਗਾ ਸਿਆਸੀ ਮੈਦਾਨ ਦੇ ਵਿੱਚ ਇਹਦੇ ਵਰਗਾ ਹੈ ਨਹੀਂ ਕੋਈ ਲੀਡਰ, ਹੈ ਨਹੀਂ ਨਾ ਇਹਦੇ ਵਰਗਾ ਕੋਈ ਜਾਤੀ ਹੈ, ਇਸ ਵੇਲੇ ਹੈ ਨਹੀਂ। ਜੇ ਉਹ ਇਹਦਾ ਹੁਣ ਮੁਕਾਬਲਾ ਕਿੱਥੇ ਚੰਨੀ ਦਾ ਤੇ ਅਮਰਿੰਦਰ ਦਾ ਕਰਾਂਗੇ, ਭਾਵੇਂ ਉਹਨੇ 4.5 ਸਾਲ ਤੇ ਕੁਝ ਵੀ ਨਹੀਂ ਕੀਤਾਗਾ ਤੇ ਮੌਜਾਂ ਮਸਤੀਆਂ ਕੀਤੀਆਂ ਨਾਲ। ਦੋਸਤ ਮਿੱਤਰ ਜਿਹੜੇ ਅਕਾਲੀ ਸੀ ਉਹ ਵੀ ਮੌਜਾਂ ਮਸਤ, ਉਹ ਵੀ ਆਪਦਾ ਪੈਰਲਰ ਆਪਦਾ ਕੰਮ ਧੰਦੇ ਕਰਾਉਂਦੇ ਰਹੇ ਆ। ਪਰ ਇਹ ਨਾ ਅਜੇ ਵੀ ਲੋਕ ਨਾ ਜਿਹੜੇ ਬੜੇ ਭੋਲੇ ਆ। ਮੈਨੂੰ ਇਹ ਲੱਗਦਾ ਹੈ ਵੀ ਬੀਜੇਪੀ ਦਾ ਦਿਮਾਗ ਬਹੁਤ ਤੇਜ਼ ਆ, ਛਾਤਰ ਹੈ। ਇਹ ਕੋਈ ਇਹੋ ਜਿਹਾ ਲਾਂਚ ਕਰਾ ਕੇ ਕਿਸਾਨਾਂ ਨੂੰ ਬੈਨ ਵੀ ਹੁਣ ਐਨ ਆ ਗਏ ਕਸੂਤੇ ਫਸੇ ਹੋਣ, ਇਹਨਾਂ ਨੂੰ ਸਮਝੌਤੇ ਦੀ ਲੋੜ ਹੈ, ਨਵੇੜਾ ਕਰਨ ਦੀ ਲੋੜ ਹੈ ਤੇ ਨਵੇੜਾ ਕਰੀਏ। ਤੇ ਜਦੋਂ ਸਾਰੇ ਕਿਸਾਨ ਵਾਪਸ ਜਾਣਗੇ, ਕਾਂਗਰਸੀਆਂ ਵੱਲ, ਕਾਲੀਆਂ ਵੱਲ ਤੇ ਸਾਰੇ ਵੰਡੇ ਮੁੰਡੇ ਜਾਣੇ ਆ, ਤੇ ਫਿਰ ਸਾਨੂੰ ਰਾਹ ਮੋਕਲਾ ਹੋ ਜਾਊਗਾ। ਤੇ ਸਾਰਾ ਜਿਹੜਾ ਹਿੰਦੂ ਤਬਕਾ ਪੰਜਾਬ ਦਾ, ਜਿੰਨਾ ਵੀ ਹਿੰਦੂ ਤਬਕਾ ਹੈਗਾ, ਉਹ ਸਾਰੇ ਦਾ ਸਾਰਾ ਉਹ ਲਗਭਗ ਉਹ ਬੀਜੇਪੀ ਦੀ ਝੋਲੀ 'ਚ ਜਾਣ ਨੂੰ ਤਿਆਰ ਹੋ ਜਾਊਗਾ। ਅਮਰਿੰਦਰ ਦੀ ਝੋਲੀ ਤਿਆਰ ਹੋ ਜੂ, ਕਿਉਂਕਿ ਅਮਰਿੰਦਰ ਨੂੰ ਅਜੇ ਵੀ ਉਹ ਲਾਈਕ ਕਰਦੇ ਵਿੱਚ ਹੈਗੇ। ਕਿਤੇ ਇਹ ਨਾ ਹੋਵੇ ਵੀ ਅਗਲੀ ਜਿਹੜੀ ਸਰਕਾਰ ਹੈ ਇਸ ਖੇਮੇ ਵਿੱਚ ਪੈ ਜਾਵੇ। ਜੀ ਚਲੋ, ਇਹ ਤੁਹਾਡਾ ਪੋਲੀਟੀਕਲ ਵਰਸ਼ਨ ਹੈ ਜੀ। ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਤੁਹਾਡਾ ਕਹਿਣਾ ਇਹ ਆ ਕਿ ਹਾਲਾਤ ਜਿਸ ਤਰੀਕੇ ਨਾਲ ਤੇਜ਼ੀ ਨਾਲ ਬਦਲ ਰਹੇ ਆ, ਨਵੀਂ ਸਰਕਾਰ ਕੋਲੋਂ ਕੁਝ ਹੋਰ ਨਹੀਂ ਰਿਹਾ, ਅਕਾਲੀ ਦਲ ਕੋਲ ਤਾਕਤ ਕੋਈ ਰਹੀ ਨਹੀਂ, ਤੇ ਇੱਕੋ ਇੱਕ ਉਮੀਦ ਹੈ ਕਿ ਬੀਜੇਪੀ ਇੱਕ ਚਾਲ ਚੱਲ ਸਕਦੀ ਆ ਕਿ ਕਿਸਾਨੀ ਮਸਲੇ ਨੂੰ ਕੈਪਟਨ ਰਾਹੀਂ ਹੱਲ ਕਰਾ ਕੇ, ਜਿਹੜੀ ਗੱਲ ਉੱਠੀ ਸੀ, ਦੁਬਾਰਾ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰੇ, ਜਾਂ ਪੰਜਾਬ ਦੇ ਹਿੰਦੂਆਂ ਨੂੰ ਡਰਾ ਕੇ ਕਿ ਪੰਜਾਬ ਦੇ ਵਿੱਚ ਅੱਤਵਾਦ ਵਾਪਸ ਆ ਸਕਦਾ ਹੈ, ਪਾਕਿਸਤਾਨ ਹਮਲਾ ਕਰ ਸਕਦਾ, ਇਹੋ ਜਿਹੀਆਂ ਘਟਨਾਵਾਂ ਤੇਜ਼ੀ ਨਾਲ ਕਰਵਾ ਕੇ, ਜਿਹਦੇ ਲਈ ਮਸ਼ਹੂਰ ਹੈ ਬੀਜੇਪੀ, ਬਦਨਾਮ ਹੈ ਕਿ ਉਹ ਕੁਝ ਵੀ ਕਰ ਸਕਦੀ ਆ, ਉਹ ਪੰਜਾਬ 'ਚ ਦੁਬਾਰਾ ਆਪਣਾ ਜਿਹੜੀ ਸੱਤਾ ਉਹ ਪ੍ਰਾਪਤੀ ਲਈ ਯਤਨ ਕਰ ਸਕਦੀ ਆ। ਸੋ ਅੱਜ ਲਈ ਇੰਨਾ ਹੀ ਬੜਾ ਹੈ। ਆਪਣਾ ਗੱਜਣਵਾਲਾ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ। ਬਹੁਤ ਸਾਰੀਆਂ ਗੱਲਾਂ ਹੋਰ ਨੇ, ਉਹ ਫਿਰ ਆਪਾਂ ਅਗਲੇ ਪ੍ਰੋਗਰਾਮਾਂ 'ਚ ਕਰਾਂਗੇ ਕਿ ਚੰਨੀ ਸਾਹਿਬ ਕੀ ਕਰ ਰਹੇ। ਧਰਮਸੋਤ ਹਿਰਾਂ ਨੇ ਇੱਕ ਵੱਡਾ ਘੁਟਾਲਾ ਕੀਤਾ ਸੀਗਾ, ਉਹਦੀਆਂ ਖਬਰਾਂ ਵੀ ਆ ਰਹੀਆਂ ਨੇ। ਆਪਾਂ ਉਹ ਅੱਜ ਕਵਰ ਨਹੀਂ ਕਰ ਸਕੇ ਕਿਉਂਕਿ ਤੁਸੀਂ ਕਿਹਾ ਸੀ ਕਿ ਉੱਤੇ ਆਪਾਂ ਪੁਖਤਾ ਜਾਣਕਾਰੀ ਤੋਂ ਬਗੈਰ ਗੱਲ ਨਹੀਂ ਕਰਨੀ। ਤੇ ਵੈਸੇ FIR ਜਿਹੜੇ ਅਫਸਰ ਨੇ 5, ਉਹਨਾਂ ਦੇ ਉੱਤੇ ਦਰਜ ਹੋ ਗਈ ਆ। ਸੁਪਰੀਮ ਕੋਰਟ ਦੀਆਂ ਹਦਾਇਤਾਂ ਸੀ ਕਿ 50 ਲੱਖ ਤੋਂ ਉੱਤੇ ਕੋਈ ਵੀ ਘੁਟਾਲਾ ਹੁੰਦਾ ਤੇ ਉਹਦੀ ਡਾਇਰੈਕਟ FIR ਹੋਣੀ ਚਾਹੀਦੀ ਆ। ਤੇ ਹੁਣ ਜਿਹੜੀ ਆ ਪ੍ਰਗਟ ਸਿੰਘ ਰੀ ਲਗਾਤਾਰ ਕੰਮ ਕਰ ਰਹੇ ਸੀ ਇੱਥੇ, ਤੇ ਨਾਲ ਦੀ ਨਾਲ ਰਾਜਕੁਮਾਰ ਵੇਰਕਾ, ਕਿਉਂਕਿ ਉਹ ਵੀ ਪਛੜੀਆਂ ਸ਼੍ਰੇਣੀਆਂ 'ਚੋਂ ਜਾਂ ਦਲਿਤ ਭਾਈਚਾਰੇ 'ਚੋਂ ਆਉਂਦੇ ਨੇ, ਤੇ ਦਲਿਤ ਬੱਚਿਆਂ ਦੇ ਵਜ਼ੀਫੇ ਦੀ ਇਹ ਗੱਲ ਸੀਗੀ। ਬੜੀ ਸ਼ਰਮਸ਼ਾਰ ਕਰਨ ਵਾਲੀ ਗੱਲ ਸੀਗੀ ਕਿ ਉਹਨੂੰ ਕੈਪਟਨ ਸਾਹਿਬ ਨੇ ਜਿਹੜੀ ਆ ਉਹ ਕਲੀਨ ਚਿੱਟ ਦੇ ਦਿੱਤੀ ਸੀਗੀ। ਉਹਦੇ ਉੱਤੇ ਵੀ ਕੰਮ ਹੋ ਰਿਹਾ। ਰਾਜਾ ਵੜਿੰਗ ਕੰਮ ਕਰ ਰਿਹਾ, ਪ੍ਰਗਟ ਸਿੰਘ ਕੰਮ ਕਰ ਰਹੇ ਨੇ, ਤੇ ਕਿਤੇ ਨਾ ਕਿਤੇ ਜਿਹੜਾ ਸਮਾਂ ਇਹਨਾਂ ਕੋਲ ਰਹਿੰਦਾ 60-70 ਦਿਨ, ਉਹਦੇ ਵਿੱਚ ਇਹਨਾਂ ਦੀ ਕਾਰਜਕਾਰੀ ਜਿਹੜੀ ਆ ਉਹ ਅਗਲੀ ਇਲੈਕਸ਼ਨ ਲਈ ਜਿਹੜੀ ਆ ਕੁਝ ਨਾ ਕੁਝ ਜ਼ਰੂਰ ਉਹਦਾ ਵੀ ਅਸਰ ਹੋਏਗਾ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਸਿਆਸਤ ਹੈ ਉਹ ਕਿਹੜਾ ਰੁਖ ਲੈਂਦੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਠੀਕ ਜੀ, ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ।